ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਬੋਲ ਪੰਜਾਬੀ ਨੂੰ ਦੇ ਅੱਜ ਦੇ ਇਸ ਸਪੈਸ਼ਲ ਲਾਈਵ ਦੇ ਵਿੱਚ। ਦੋਸਤੋ, ਬੋਲ ਪੰਜਾਬੀ ਨੂੰ ਤੇ ਅੱਜ ਇੱਕ ਵੱਖਰੇ ਪ੍ਰੋਗਰਾਮ ਦੀ, ਇੱਕ ਖਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਹ ਇੱਕ ਵੱਖਰਾ ਪ੍ਰੋਗਰਾਮ ਇਸ ਕਰਕੇ ਹੈ ਕਿਉਂਕਿ ਬਾਕੀ ਸਾਰੇ ਪ੍ਰੋਗਰਾਮਾਂ ਦੇ ਨਾਲੋਂ ਇਸ ਦੀ ਜਿਹੜੀ ਖਾਸੀਅਤ ਹੈ ਉਹ ਬਹੁਤ ਅਲੱਗ ਹੈ। ਇੱਕ ਖਾਸ ਪ੍ਰੋਗਰਾਮ ਇਸ ਕਰਕੇ ਹੈ ਕਿਉਂਕਿ ਇਹ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਲਈ ਸਾਨੂੰ ਬਹੁਤ ਸਾਰੀਆਂ ਡਿਮਾਂਡਸ ਆ ਰਹੀਆਂ ਸੀ, ਬਹੁਤ ਸਾਰੀਆਂ ਕਾਲਸ ਆ ਰਹੀਆਂ ਸੀ। ਤੇ ਮੇਰੇ ਨਾਲ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਸ ਵਕਤ ਸਾਂਝੀ ਸਕਰੀਨ ਤੇ ਮੇਰੇ ਨਾਲ ਮਿਸਟਰ ਅਜੇ ਬਾਂਸਲ ਬੈਠੇ ਨੇ। ਅਜੇ ਬਾਂਸਲ ਨੇ ਡਾਇਰੈਕਟਰ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੇ। ਤੇ ਇਸ ਵਕਤ ਅੱਜ ਦਾ ਇਹ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ, ਕਿਉਂਕਿ ਜਿਹੜੀ ਸ਼ੁਰੂਆਤ ਹੋਣੀ ਹੈ ਉਹ ਸਾਨੂੰ ਸੀਗੀ ਸ਼ੁਰੂਆਤ ਵੀ ਖਾਸੀਅਤ ਹੋਵੇ, ਤੇ ਇਸ ਵਕਤ ਅਸੀਂ ਲਾਈਵ ਹਾਂ ਬਾਂਸਲ ਇਮੀਗ੍ਰੇਸ਼ਨ ਦੇ ਮੈਲਬੌਰਨ ਹੈੱਡ ਆਫਿਸ ਤੋਂ। ਸੋ ਦੋਸਤੋ, ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਆਪਾਂ ਇਮੀਗ੍ਰੇਸ਼ਨ ਮਾਮਲਿਆਂ ਦੇ ਡਾਇਰੈਕਟਰ ਇਮੀਗ੍ਰੇਸ਼ਨ ਮਾਮਲਿਆਂ ਦੇ ਡਾਕਟਰ ਅਜੇ ਬਾਂਸਲ ਦਾ। ਬਾਂਸਲ ਸਾਹਿਬ, ਸਵਾਗਤ ਹੈ ਜੀ ਤੁਹਾਡਾ ਬੋਲ ਪੰਜਾਬੀ ਵਿੱਚ। ਧੰਨਵਾਦ ਢਿੱਲੋਂ ਸਾਹਿਬ। ਬਾਂਸਲ ਸਾਹਿਬ, ਚਿਰਾਂ ਤੋਂ ਬਹੁਤ ਸਾਰੀ ਜਿਹੜੀ ਡਿਮਾਂਡਸ ਆ ਜੀ ਉਹ ਤੁਹਾਡੇ ਕੋਲੇ ਵੀ ਆ ਰਹੀਆਂ ਸੀ, ਸਾਨੂੰ ਵੀ ਲਗਾਤਾਰ ਇਸ ਤਰ੍ਹਾਂ ਦੇ ਸੁਨੇਹੇ ਮਿਲ ਰਹੇ ਸੀ ਕਿ ਅਸੀਂ ਇਹ ਪ੍ਰੋਗਰਾਮ ਨੂੰ ਜਲਦ ਤੋਂ ਜਲਦ ਸ਼ੁਰੂ ਕਰੀਏ, ਕਿਉਂਕਿ ਬਹੁਤ ਸਾਰੇ ਸਾਡੇ ਸਟੂਡੈਂਟ ਸਾਥੀ ਇਸ ਗੱਲ ਨੂੰ ਲੋਚਦੇ ਸੀਗੇ ਕਿ ਕਿਸ ਦਿਨ ਬੈਠ ਕੇ ਆਪਾਂ ਅਪਡੇਟ ਦਿਆ ਕਰੀਏ ਜੀ, ਕੋਈ ਇੱਕ ਇਸ ਤਰ੍ਹਾਂ ਦਾ ਹਫਤਾਵਾਰੀ ਪ੍ਰੋਗਰਾਮ ਕਰ ਲਈਏ ਜਿਹਦੇ ਬਾਰੇ ਰੈਗੂਲਰ ਅਪਡੇਟਸ ਮਿਲਦੀਆਂ ਰਹਿਣ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੁੰਦੇ ਨੇ, ਅਪਡੇਟਸ ਤੇ ਉਹਨਾਂ ਦਾ ਧਿਆਨ ਨਹੀਂ ਰਹਿੰਦਾ। ਪਰ ਤੁਹਾਡਾ ਕੰਮ ਹੈ ਜੀ, ਤੁਹਾਡਾ ਬਿਜ਼ਨਸ ਹੈ ਜੀ, ਤੁਸੀਂ ਲੁੱਕ ਆਫਟਰ ਕਰਦੇ ਹੋ ਉਹਨਾਂ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਦੀ, ਉਹਨਾਂ ਦੇ ਵੀਜ਼ੇ ਬਾਰੇ, ਕੋਈ ਸਟੂਡੈਂਟ ਵੀਜ਼ਾ ਹੋਵੇ, ਕੋਈ ਪਾਰਟਨਰ ਵੀਜ਼ਾ ਹੋਵੇ ਜਾਂ ਵਿਜ਼ਟਰ ਵੀਜ਼ਾ ਹੋਵੇ, ਜਾਂ ਕਿਸੇ ਨੇ ਬਿਜ਼ਨਸ ਵੀਜ਼ਾ ਲਵਾਉਣਾ ਹੋਵੇ। ਅੱਜ ਕੱਲ੍ਹ ਤਾਂ ਮੈਨੂੰ ਇਹ ਦੱਸਦਿਆਂ ਵੀ ਮਾਣ ਹੋ ਰਿਹਾ ਕਿ ਜੇਕਰ ਆਸਟ੍ਰੇਲੀਆ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਨਾ ਕਿ ਮੈਲਬਰਨ ਸ਼ੋਅ ਕੈਪੀਟਲ ਆ, ਤੇ ਆਸਟ੍ਰੇਲੀਆ ਇੱਕ ਸੱਭਿਆਚਾਰਕ ਕੰਟਰੀ ਆ ਜਿੱਥੇ ਪੰਜਾਬੀ ਸ਼ੋਅ ਬਹੁਤ ਹੁੰਦੇ ਨੇ, ਪੰਜਾਬੀ ਤੋਂ ਇਲਾਵਾ ਭਾਰਤੀ ਆਰਟਿਸਟ ਬਹੁਤ ਆਉਂਦੇ ਨੇ। ਤੇ ਮਾਣ ਇਸ ਗੱਲ ਦਾ ਹੁੰਦਾ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਪੰਜਾਬੀ ਜਾਂ ਭਾਰਤੀ ਆਰਟਿਸਟ ਆ ਜਿਹਦਾ ਵੀਜ਼ਾ ਬਾਂਸਲ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਥਰੂ ਨਾ ਹੋ ਕੇ ਲੱਗਿਆ ਹੋਵੇ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਕਰਕੇ ਵੀ ਬਾਂਸਲ ਸਾਹਿਬ ਤੇ ਅਰੁਣ ਬਾਂਸਲ ਦਾ ਵੀ ਕਿ ਤੁਸੀਂ ਇਸ ਮਾਮਲੇ ਦੇ ਲਈ ਵੀ ਧਿਆਨ ਦਿੰਦੇ ਹੋ, ਕਿਉਂਕਿ ਪ੍ਰਬੰਧਕਾਂ ਨੇ ਜਿੱਥੇ ਹੋਰ ਸਾਰੇ ਪ੍ਰੋਗਰਾਮ ਦੇਖਣੇ ਹੁੰਦੇ ਨੇ, ਆਪ ਦਾ ਕਈ ਚੀਜ਼ਾਂ ਦਾ ਤਾਮਝਾਮ ਦੇਖਣਾ ਹੁੰਦਾ, ਜਿਹੜੀ ਵੀਜ਼ੇ ਦੀ ਟੈਨਸ਼ਨ ਹੁੰਦੀ ਆ ਨਾ, ਘੱਟੋ ਘੱਟ ਉਸ ਵੱਲੋਂ ਨਿਸ਼ਚਿਤ ਹੋ ਜਾਂਦੇ ਨੇ ਕਿ ਵੀਜ਼ੇ ਦੀ ਫਾਈਲ ਜਿਹੜੀ ਹੁਣ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੇ ਦਫ਼ਤਰ ਵਿੱਚ ਪਹੁੰਚ ਚੁੱਕੀ ਆ। ਸੋ ਦੋਸਤੋ, ਜੇਕਰ ਤੁਸੀਂ ਹੁਣੇ ਸਾਡੇ ਇਸ ਲਾਈਵ ਨਾਲ ਜੁੜੇ ਹੋ, ਤੁਹਾਨੂੰ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ ਦਾ ਇਹ ਲਾਈਵ, ਇਸ ਤੋਂ ਬਾਅਦ ਅਸੀਂ ਫੋਰਟਨਾਈਟਲੀ ਇਸ ਤਰ੍ਹਾਂ ਦਾ ਹੀ ਲਾਈਵ ਤੁਹਾਡੇ ਨਾਲ ਕਰਿਆ ਕਰਾਂਗੇ, ਤੇ ਇਸ ਦੇ ਵਿੱਚ ਤੁਹਾਡੇ ਜਿਹੜੇ ਸਵਾਲ ਆਉਣਗੇ ਉਹਨਾਂ ਸਵਾਲਾਂ ਦੇ ਅਸੀਂ ਲਾਈਵ ਜਵਾਬ ਵੀ ਦਿਆ ਕਰਾਂਗੇ, ਜਿਹੜੀਆਂ ਅਪਡੇਟਸ ਹੋਣਗੀਆਂ ਉਹਨਾਂ ਦੇ ਬਾਰੇ ਵੀ ਅਸੀਂ ਦੱਸਿਆ ਕਰਨਾ। ਅੱਜ 6 ਸਤੰਬਰ ਬੁੱਧਵਾਰ ਦਾ ਦਿਨ ਹੈ ਜੀ, ਤੇ ਅਸੀਂ ਇਸ ਵਕਤ ਲਾਈਵ ਹਾਂ ਮੈਲਬਰਨ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚੋਂ। ਬਾਂਸਲ ਸਾਹਿਬ, ਪਿਛਲੇ ਹਫ਼ਤੇ ਵੀ ਆਪਾਂ ਇੱਕ ਵੀਡੀਓ ਕੀਤੀ ਸੀ ਜਿਹਦੇ ਵਿੱਚ ਆਪਾਂ ਰੀਸੈਂਟ ਅਪਡੇਟ ਦਿੱਤੀਆਂ ਸੀ, ਪਰ ਜੇਕਰ ਅੱਜ ਤੱਕ ਦੀਆਂ ਮੈਂ ਅਪਡੇਟਸ ਦੀ ਗੱਲ ਕਰ ਲਈਏ, ਕੀ ਰੀਸੈਂਟ ਅਪਡੇਟਸ ਆਈਆਂ ਨੇ? ਹਾਂਜੀ ਢਿੱਲੋਂ ਸਾਹਿਬ, ਬਿਲਕੁਲ ਹੁਣ ਤਾਂ ਖੈਰ ਬੜਾ ਹੀ ਹਲਚਲ ਵਾਲਾ ਮਾਹੌਲ ਹੈ ਜੀ। ਹਰ ਵੀਕ ਐਵਰੀ ਡੇ ਕੁਛ ਨਾ ਕੁਛ ਨਵੀਂ ਅਪਡੇਟ ਆ ਰਹੀਆਂ ਨੇ ਜੀ। ਤਾਂ ਆਪਾਂ ਇਸ ਲਈ ਪਿਛਲੇ 2 ਵੀਕਾਂ ਦੀ ਅਪਡੇਟ ਦੀ ਗੱਲ ਕਰ ਲੈਂਦੇ ਹਾਂ ਜੀ। ਤਾਂ ਇੱਕ ਤਾਂ ਜੀ, ਜਿਵੇਂ ਸਾਡੇ ਭੈਣ ਭਰਾਵਾਂ ਨੂੰ ਪਤਾ ਕਿ 408 ਵੀਜ਼ਾ 2 ਸਤੰਬਰ ਨੂੰ ਬੰਦ ਹੋ ਚੁੱਕਿਆ ਜੀ। ਪਿਛਲੇ ਸ਼ੁੱਕਰਵਾਰ ਲਾਸਟ ਡੇ ਸੀਗਾ ਉਹਨੂੰ ਬੰਦ ਦਾ ਜੀ। ਤਾਂ ਜਿਹੜੇ ਸਾਡੇ ਭੈਣ ਭਰਾ ਨੂੰ ਪਤਾ ਉਹਨਾਂ ਨੂੰ ਕੰਗਰੈਚੁਲੇਸ਼ਨ, ਤਕਰੀਬਨ ਗ੍ਰਾਂਟ ਵੀ ਹੋਣੇ ਸ਼ੁਰੂ ਹੋ ਚੁੱਕੇ ਨੇ ਜੀ। ਅੱਜ ਸਾਡੇ ਜਿਹੜੇ ਤਕਰੀਬਨ ਉਦੋਂ ਪਾਏ ਸੀ ਉਹਨਾਂ ਦੇ ਗ੍ਰਾਂਟ ਵੀ ਆਣੇ ਸ਼ੁਰੂ ਹੋ ਚੁੱਕੇ ਨੇ। ਤਾਂ ਜੇ ਤੁਹਾਡਾ ਨਹੀਂ ਆਇਆ ਤਾਂ ਤੁਹਾਡਾ ਵੀ ਜਲਦੀ ਆ ਜਾਵੇਗਾ। ਤੇ ਇੱਕ ਚੀਜ਼ ਹੋਰ ਹੈ, ਜੇ ਤੁਸੀਂ ਪਾਉਣ ਤੋਂ ਰਹਿ ਗਏ ਹੋ ਪਰ ਤੁਹਾਡੇ ਕੋਲ ਪਹਿਲਾਂ 408 ਵੀਜ਼ਾ ਸੀ, ਤਾਂ ਵੀ ਤੁਸੀਂ ਫਰਵਰੀ 2024 ਤੱਕ ਐਲੀਜੀਬਲ ਹੋ। ਤੁਸੀਂ ਫਰਵਰੀ 2024 ਤੱਕ ਜੇ ਤੁਸੀਂ 408 ਵੀਜ਼ਾ ਹੋਲਡ ਕਰਦੇ ਹੋ ਤਾਂ ਤੁਸੀਂ ਉਹਨੂੰ ਅੱਗੇ ਫਰਦਰ 6 ਮਹੀਨੇ ਦੀ ਐਕਸਟੈਂਸ਼ਨ ਪਾ ਸਕਦੇ ਹੋ। ਅਗਲੇ 6 ਮਹੀਨੇ ਦੀ, ਪਰ ਹੁਣ ਇਹ ਫ੍ਰੀ ਨਹੀਂ ਰਹੂਗਾ ਤੇ $405 ਫੀਸ ਲੱਗੂਗੀ। ਤੇ ਇਸ ਤੋਂ ਇਲਾਵਾ ਵੀ ਜੇ ਤੁਸੀਂ 408 ਵੀਜ਼ੇ ਤੇ ਹੋ ਤੇ ਤੁਹਾਡਾ ਹਮਸਫਰ, ਤੁਹਾਡਾ ਪਾਰਟਨਰ ਆਸਟ੍ਰੇਲੀਆ ਤੋਂ ਬਾਹਰ ਹੈ, ਤੁਸੀਂ ਉਹਦਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ, ਤੁਸੀਂ 408 ਵੀਜ਼ਾ ਹੋਲਡ ਕਰ ਸਕਦੇ ਹੋ, ਤੁਸੀਂ ਉਹਨਾਂ ਦਾ ਵੀਜ਼ਾ ਵੀ ਆਪਣੇ ਨਾਲ ਲਗਵਾ ਸਕਦੇ ਹੋ ਜੀ। ਤੇ ਪਰ ਉਹੀ ਗੱਲ ਹੈ, ਪਰ ਹੁਣ ਜਿਹੜਾ ਨਵਾਂ ਵੀਜ਼ਾ ਆਊਗਾ ਉਹ ਸਿਰਫ 6 ਮਹੀਨੇ ਦਾ ਆਊਗਾ ਜੀ। ਤੇ ਨੋ ਫਰਦਰ ਸਟੇ ਕੰਡੀਸ਼ਨ ਇਸ ਵੀਜ਼ੇ ਲਈ ਡਿਸਕ੍ਰਿਸ਼ਨਰੀ ਹੈ, ਲੱਗ ਵੀ ਸਕਦੀ ਹੈ ਤੇ ਨਹੀਂ ਵੀ ਲੱਗ ਸਕਦੀ ਜੀ। ਤੇ ਇਹ ਇੱਕ ਸੀ ਖਬਰ। ਤੇ ਦੂਸਰੀ ਖਬਰ ਹੈ ਜੀ TR, ਜਿਹੜੇ ਆਪਣੇ ਟ੍ਰੇਡ ਕੋਰਸ ਕਰਦੇ ਨੇ ਆਪਣੇ ਭੈਣ ਭਰਾ, ਜਿਵੇਂ ਕਿ ਕੋਈ ਕਿਸੇ ਨੇ ਕੁੱਕਰੀ ਕੀਤੀ ਹੈ ਜੀ, ਕਿਸੇ ਨੇ ਆਪਣਾ ਆਟੋਮੋਟਿਵ ਦਾ ਕੋਰਸ ਕੀਤਾ, ਕਿਸੇ ਨੇ ਪੇਂਟਿੰਗ ਕੀਤੀ, ਤੇ ਉਦੋਂ ਬਾਅਦ TR ਪਾਉਂਦੇ ਨੇ ਜੀ। ਤਾਂ ਜਿਹੜੇ ਇਹਨਾਂ ਟ੍ਰੇਡ ਕੋਰਸਾਂ ਦੀ ਜਿਹੜੀ TR ਹੈ ਜੀ, ਉਹ ਹੁਣ 24 ਮਹੀਨੇ ਤੋਂ ਘੱਟ ਕੇ 18 ਮਹੀਨੇ ਦੀ ਰਹਿ ਗਈ ਹੈ ਜੀ। ਤਾਂ ਡਿਪਾਰਟਮੈਂਟ ਨੇ ਕਿਹਾ ਵੀ ਇਹ ਟੈਂਪਰੇਰੀ ਇੰਕਰੀਜ਼ ਸੀਗਾ ਕਰੋਨਾ ਟਾਈਮ ਤੇ, ਹੁਣ ਇਹ ਘਟਾ ਕੇ ਪਹਿਲਾਂ ਜਿਹੜੇ ਓਰੀਜਨਲ 18 ਮਹੀਨੇ ਦੀ ਸੀ ਉਨੀ ਕਰ ਦਿੱਤੀ ਹੈ ਜੀ। ਤਾਂ ਇਹ ਤੋਂ ਪਤਾ ਲੱਗਦਾ ਕਿ ਡਿਪਾਰਟਮੈਂਟ ਵੈਟ ਸੈਕਟਰ ਤੋਂ ਕੋਈ ਜ਼ਿਆਦਾ ਹੈਪੀ ਨਹੀਂ ਹੈਗਾ ਜੀ। ਤੇ ਇੱਕ ਹੋਰ ਇੰਪੋਰਟੈਂਟ ਅਪਡੇਟ ਜੀ, 309 ਵੀਜ਼ਾ ਆਫਸ਼ੋਰ ਪਾਰਟਨਰ ਵੀਜ਼ਾ, ਜਿਹੜੇ ਸਾਡੇ ਭੈਣ ਭਰਾ ਉਰੇ ਹੈਗੇ ਨੇ ਤੇ ਆਪਣੇ ਜਿਨ੍ਹਾਂ ਨੇ
ਪਾਰਟਨਰ ਵੀਜ਼ਾ ਪਾਇਆ ਹੋਇਆ ਆਪਣੇ ਹਮਸਫਰ ਦਾ ਜਿਹੜੇ ਕਿ ਆਸਟ੍ਰੇਲੀਆ ਤੋਂ ਬਾਹਰ ਨੇ ਜੀ ਉਹਨਾਂ ਦਾ ਟਾਈਮ ਪੀਰੀਅਡ ਡਿਪਾਰਟਮੈਂਟ ਦੀ ਵੈਬਸਾਈਟ ਤੇ ਪਹਿਲਾਂ 96 ਮਹੀਨੇ ਜਿਹੜਾ ਕਿ 8 ਸਾਲ ਆ ਰਿਹਾ ਸੀਗਾ ਜੀ, ਪਰ ਹੁਣ ਘਟ ਕੇ ਥੋੜਾ ਜਿਹਾ ਰੀਅਲਿਸਟਿਕ 32 ਮਹੀਨੇ ਹੋ ਗਿਆ ਹੈ ਜੀ। ਜੀ 32 ਮਹੀਨੇ ਹਜੇ ਵੀ ਮੋਰ ਦੈਨ 2 ਇਅਰਸ, ਮਤਲਬ ਕਿ ਨੀਅਰਲੀ 3 ਸਾਲ ਹੀ ਨੇ ਜੀ, ਜਿਹੜਾ ਕਿ ਰੀਜ਼ਨੇਬਲ ਨਹੀਂ ਹੈਗਾ, ਬਟ ਫਿਰ ਵੀ 8 ਸਾਲ ਨਾਲੋਂ ਥੋੜੀ ਜੀ ਨਿਆਮਤ ਆ ਜੀ ਘੱਟ ਹੈ ਜੀ। ਤੇ ਇੱਕ ਲਾਸਟਲੀ ਜਿਹੜੀ ਅਪਡੇਟ ਆ ਜੀ ਕਿ ਇੰਟਰਨੈਸ਼ਨਲ ਸਟੂਡੈਂਟ ਦੇ ਲਈ ਜਿਹੜੇ ਆਪਣੇ ਭੈਣਾਂ ਭਰਾਵਾਂ ਨੂੰ ਫੰਡ ਸ਼ੋ ਕਰਨੇ ਪੈਂਦੇ ਸੀ ਜੀ, ਉਹ ਵੀ ਵੱਧ ਗਏ ਨੇ। ਹੁਣ ਤੁਹਾਨੂੰ 24,505 ਮੇਨ ਜਿਹੜਾ ਐਪਲੀਕੈਂਟ ਹੈ 1 ਅਕਤੂਬਰ ਤੋਂ ਉਹਨਾਂ ਨੂੰ ਸ਼ੋ ਕਰਨੇ ਪੈਣਗੇ। ਇਹ ਪਿਛਲੀ ਵਾਰ ਨਾਲੋਂ 15% ਵੱਧ ਆ ਜੀ, ਪਰ ਫਿਰ ਵੀ ਐਜ਼ ਪਰ CPI ਆ ਜੀ ਤਾਂ ਇੰਨਾ ਜ਼ਿਆਦਾ ਵਾਧੂ ਬੋਝ ਨਹੀਂ ਹੈਗਾ, ਪ੍ਰਪੋਰਸ਼ਨੇਟ ਆ ਜੀ। ਤਾਂ 24,505 ਇੱਕ ਸਾਲ ਜਿਹੜੇ ਫੰਡ ਨੇ ਸਾਡੇ ਭੈਣ ਭਰਾਵਾਂ ਨੂੰ ਸ਼ੁਰੂ ਕਰਨੇ ਪੈਣਗੇ। ਤੇ ਉਸ ਤੋਂ ਇਲਾਵਾ ਸਟੇਟਸ ਖੁੱਲ ਰਹੀਆਂ ਨੇ ਜੀ, ਪਿਛਲੇ ਵੀਕ ਸਟੇਟਸ ਐਲੋਕੇਸ਼ਨ ਆ ਗਈਆਂ ਸੀ ਜੀ, ਤੇ ਉਸ ਤੋਂ ਬਾਅਦ ਕੁਈਨਜ਼ਲੈਂਡ ਵੀ ਹੁਣ ਓਪਨ ਹੋ ਚੁੱਕਿਆ ਜੀ। ਜੇ ਤੁਸੀਂ ਕੁਈਨਜ਼ਲੈਂਡ ਚਾਹੁੰਦਾ ਸੀ ਆਪਣੀ EOI ਵਗੈਰਾ ਪਾ ਸਕਦੇ ਹੋ ਜੀ। ਬਿਲਕੁਲ। ਸੋ ਦੋਸਤੋ, ਕੁੱਲ ਮਿਲਾ ਕੇ ਇਸ ਵਾਰ ਦੀਆਂ ਜਿਹੜੀਆਂ ਅਪਡੇਟ ਨੇ ਉਹ ਖੱਟੀਆਂ ਮਿੱਠੀਆਂ ਨੇ। ਡਿਪਾਰਟਮੈਂਟ ਥੋੜਾ ਸਖਤੀ ਵੱਲ ਵੱਧ ਰਿਹਾ, ਕਿਉਂਕਿ ਜਿਵੇਂ ਕਿ ਮੇਨ ਅਪਡੇਟ ਦੱਸੀ ਆ ਕਿ 408 ਵੀਜ਼ਾ ਜਿਹੜਾ ਡਿਪਾਰਟਮੈਂਟ ਨੇ ਉਹ ਖਤਮ ਕਰ ਦਿੱਤਾ ਹੈ। ਪਰ ਜੇਕਰ ਤੁਸੀਂ ਇੰਨੇ ਕਿਸਮਤ ਵਾਲੇ ਸੀ ਕਿ ਉਹ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਪਾ ਚੁੱਕੇ ਹੋ ਤਾਂ ਤੁਹਾਨੂੰ ਸਾਡੇ ਵੱਲੋਂ ਵੀ ਮੁਬਾਰਕਬਾਦ। ਬਸ ਸਭ ਡਿਪਾਰਟਮੈਂਟ ਸਖਤ ਹੋ ਰਿਹਾ ਜੀ। ਹੁਣ ਕੋਵਿਡ ਦਾ ਅਸਰ ਘਟਦਾ ਨਜ਼ਰ ਆ ਰਿਹਾ, ਡਿਪਾਰਟਮੈਂਟ ਦੀ ਸਖਤਾਈ ਹੈ ਜਿਹੜੀ ਉਹ ਵੱਧਦੀ ਨਜ਼ਰ ਆ ਰਹੀ ਆ। ਬਸ ਆਪਾਂ ਗੱਲ ਕਰ ਰਹੇ ਹਾਂ ਕਿ ਹੌਲੀ ਹੌਲੀ ਨੋਮੀਨੇਸ਼ਨ ਜਿਹੜੀਆਂ ਖੁੱਲ ਰਹੀਆਂ ਨੇ। ਕੁਈਨਜ਼ਲੈਂਡ ਦੀ ਨੋਮੀਨੇਸ਼ਨ ਦੀ ਤੁਸੀਂ ਗੱਲ ਕੀਤੀ ਆ, ਹੁਣ ਜਦੋਂ ਰੂਲ ਬਾਹਰ ਆ ਗਏ ਨੇ, ਕੀ ਨਵੇਂ ਰੂਲ ਨੇ, ਕੀ ਕੁਈਨਜ਼ਲੈਂਡ ਦੀਆਂ ਅਪਡੇਟਸ ਨੇ ਜੀ? ਹਾਂਜੀ, ਦੇਖੋ ਕੁਈਨਜ਼ਲੈਂਡ ਦੇ ਕੋਲ 1550 ਸੀਟਾਂ ਨੇ ਜੀ, ਟੋਟਲ 491 ਤੇ 190 ਦੀਆਂ ਜੀ। ਤੇ ਕੁਈਨਜ਼ਲੈਂਡ ਨੇ ਕਿਹਾ ਜੀ ਕਿ ਉਹ ਹਰ ਮਹੀਨੇ ਅਪਡੇਟਸ ਇਨਵੀਟੇਸ਼ਨ ਰਾਉਂਡ ਦਿਆ ਕਰਨਗੇ ਜੀ। ਪਿਛਲੀ ਵਾਰ ਨਾਲੋਂ ਚੇਂਜ ਆ ਜੀ, ਤਕਰੀਬਨ ਪਹਿਲੇ ਨਾਲੋਂ ਥੋੜਾ ਜਿਹਾ ਸਿੰਪਲੀਫਾਈ ਕੀਤਾ ਜੀ ਕ੍ਰਾਈਟੇਰੀਆ। ਤਾਂ ਜਿਸ ਹਿਸਾਬ ਨੂੰ ਕਹਿ ਰਹੇ ਨੇ ਤਕਰੀਬਨ ਸਾਨੂੰ ਉਮੀਦ ਹੈ 150 ਤੋਂ 200 ਇਨਵੀਟੇਸ਼ਨ ਐਵਰੀ ਮੰਥ ਦੇਣਗੇ ਜੀ। ਤਾਂ ਉਹਦੇ 'ਚ 190 ਤੇ 491 ਦੋਨੇ ਹੀ ਇਨਵੀਟੇਸ਼ਨ ਹੋਣਗੇ ਜੀ। ਦੋਨਾਂ ਦੇ ਕ੍ਰਾਈਟੇਰੀਆ ਇਹ ਹੈ ਜੀ, 190 ਦੇ ਲਈ ਤੁਹਾਡੇ ਕੋਲ ਮਿਨੀਮਮ 75 ਪੁਆਇੰਟ ਹੋਣੇ ਚਾਹੀਦੇ ਨੇ ਜੀ, ਜੇ ਤੁਹਾਡਾ ਟ੍ਰੇਡ ਆਕੂਪੇਸ਼ਨ ਨਹੀਂ ਹੈਗਾ। ਜੇ ਟ੍ਰੇਡ ਆਕੂਪੇਸ਼ਨ ਨਹੀਂ ਤਾਂ ਤੁਹਾਨੂੰ 5 ਪੁਆਇੰਟ ਦਾ ਕੰਸੈਸ਼ਨ ਆ, ਤਾਂ ਮਿਨੀਮਮ 70 ਪੁਆਇੰਟ ਦੇ ਨਾਲ ਵੀ ਤੁਸੀਂ 190 ਲਈ ਐਲੀਜੀਬਲ ਹੋ ਜੀ। ਤੇ 491 ਦੇ ਲਈ 65 ਪੁਆਇੰਟ ਹੀ ਬਹੁਤ ਨਹੀਂ, ਜੇ ਤੁਹਾਡੇ ਕੋਲ 65 ਪੁਆਇੰਟ ਨੇ ਤਾਂ ਤੁਸੀਂ 491 ਲਈ ਐਲੀਜੀਬਲ ਹੋ ਜੀ। ਤੇ ਜੇ ਸਾਰੀਆਂ ਆਕੂਪੇਸ਼ਨਾਂ CTSOL ਲਿਸਟ ਜਿਹੜੀ ਕੰਬਾਈਨ ਆਕੂਪੇਸ਼ਨ ਲਿਸਟ ਆ, ਜੇ ਤੁਹਾਡੀ ਆਕੂਪੇਸ਼ਨ ਉੱਤੇ ਹੈਗੀ ਆ ਤਾਂ ਤੁਸੀਂ ਐਲੀਜੀਬਲ ਹੋ। ਪਰ ਇਹਨਾਂ ਨੇ ਇਹ ਕਿਹਾ ਜੀ ਕਿ ਤੁਹਾਨੂੰ ਇਹ ਐਵਰੇਜ ਦੇਣਾ ਪੈਣਾ ਕਿ ਤੁਹਾਨੂੰ ਕੁਈਨਜ਼ਲੈਂਡ ਵਿੱਚ ਰਹਿੰਦੇ ਨੂੰ 3 ਮਹੀਨੇ ਹੋ ਗਏ ਹੋਣੇ ਚਾਹੀਦੇ ਨੇ, ਤੇ ਆਪਣੀ ਫੀਲਡ ਵਿੱਚ ਕੰਮ ਕਰਦੇ ਨੂੰ 3 ਮਹੀਨੇ ਹੋ ਗਏ ਹੋਣੇ ਚਾਹੀਦੇ ਨੇ ਜੀ। ਤੇ ਤੁਹਾਨੂੰ ਆਪਣੀ ਫੀਲਡ ਵਿੱਚ ਕੰਮ ਕਰਦੇ ਨੂੰ 3 ਮਹੀਨੇ ਹੋ ਗਏ ਨੇ ਤਾਂ ਤੁਸੀਂ ਐਲੀਜੀਬਲ ਹੋ, ਪਰ ਕੰਮ 30 ਘੰਟੇ ਪਰ ਵੀਕ ਹੋਣਾ ਚਾਹੀਦਾ ਜੀ। ਤੇ ਜਦੋਂ ਤੁਸੀਂ ਉਸ ਤੋਂ ਬਾਅਦ ਹੀ ਕੁਈਨਜ਼ਲੈਂਡ ਸਿਲੈਕਟ ਕਰਨਾ, ਜਦੋਂ ਤੁਹਾਡੇ 3 ਮਹੀਨੇ ਪੂਰੇ ਹੋ ਚੁੱਕੇ ਨੇ। ਤੇ ਜਦੋਂ ਤੁਹਾਨੂੰ ਇਨਵਾਈਟ ਕੀਤਾ ਜਾਊਗਾ, ਜਦੋਂ ਤੁਹਾਨੂੰ ਇਨਵਾਈਟ ਆਊਗਾ, ਪ੍ਰੀ ਇਨਵਾਈਟ ਆਊਗਾ, ਤਾਂ ਤੁਸੀਂ ਉਦੋਂ ਆਪਣੀ ਫੀਲਡ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਹੋ ਜੀ। ਇਹ ਕ੍ਰਾਈਟੇਰੀਆ 491 ਤੇ 190 ਦੋਨਾਂ ਦੇ ਲਈ ਸਾਂਝਾ ਜੀ। ਤੇ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਜੀ ਜਿਹੜੀ ਤੁਹਾਨੂੰ ਉਦੋਂ ਬਾਅਦ 12 ਮਹੀਨੇ ਦੀ ਵੀ ਕੰਟਰੈਕਟ ਚਾਹੀਦਾ ਜੀ ਆਪਣੀ ਨੋਮੀਨੇਟਡ ਆਕੂਪੇਸ਼ਨ ਵਿੱਚ ਜੀ। ਬਾਕੀ ਇਹਨਾਂ ਨੇ ਕੁਝ ਆਕੂਪੇਸ਼ਨਾਂ ਦੇ ਲਈ ਕੇਵੀਏਟਸ ਲਾਏ ਨੇ ਜੀ। ਕੇਵੀਏਟ ਦਾ ਮਤਲਬ ਹੈ ਕੰਡੀਸ਼ਨਾਂ ਨੇ ਜੀ, ਜੇ ਤੁਹਾਡੀ ਸਪੋਜ਼ ਕਰੋ ਜਿਵੇਂ ਅਕਾਊਂਟੈਂਟ ਹੋ ਜੀ, ਜੇ ਅਕਾਊਂਟੈਂਟ ਹੋ ਤਾਂ ਤੁਸੀਂ ਮੀਡੀਅਮ ਜਾਂ ਲਾਰਜ ਫਰਮ ਦੇ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਹੋ। ਮੀਡੀਅਮ ਲਾਰਜ ਫਰਮ ਦਾ ਮਤਲਬ ਹੈ ਜਿਹਨਾਂ ਵਿੱਚ ਘੱਟੋ ਘੱਟ 20 EMPLOYE ਹੋਣ। ਤਾਂ ਜੇ ਤੁਸੀਂ ਕਿਸੇ ਅਕਾਊਂਟੈਂਟ ਹੋ ਤੇ ਆਪਣੀ ਤੁਹਾਡੀ ਫਰਮ 'ਚ 20 ਤੋਂ ਘੱਟ ਬੰਦੇ ਨੇ ਤਾਂ ਤੁਸੀਂ ਐਲੀਜੀਬਲ ਨਹੀਂ ਹੈਗੇ। ਉਸ ਤੋਂ ਇਲਾਵਾ ਵੀ ਤੁਸੀਂ CPA IPA ਜਾਂ CA ਹੋਣੇ ਚਾਹੀਦੇ ਹੋ, ਜਾਂ ਪੜ੍ਹਾਈ ਕਰਦੇ ਹੋਣੇ ਚਾਹੀਦੇ ਹੋ ਇਹ ਬਣਨ ਦੇ ਲਈ। ਤਾਂ ਜੇ ਤੁਸੀਂ ਇਹ ਦੋਨੇ ਕੰਡੀਸ਼ਨਾਂ ਪੂਰੀਆਂ ਨਹੀਂ ਕਰਦੇ ਤਾਂ ਕੁਈਨਜ਼ਲੈਂਡ ਤੁਹਾਨੂੰ ਨੋਮੀਨੇਟ ਨਹੀਂ ਕਰੂਗਾ ਜੀ। ਉਸ ਤੋਂ ਇਲਾਵਾ ਇੰਟਰਨਲ ਤੇ ਐਕਸਟਰਨਲ ਆਡੀਟਰ ਦੇ ਲਈ ਵੀ ਇਹਨਾਂ ਨੇ ਕਿਹਾ ਵੀ ਤੁਸੀਂ ਐਜ਼ ਅ ਆਡੀਟਰ ਕੰਮ ਕਰਦੇ ਹੋਣੇ ਚਾਹੀਦੇ ਹੋ। ਅਕਾਊਂਟੈਂਟ ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਸੀਂ ਇਸ ਆਕੂਪੇਸ਼ਨ ਦੇ ਲਈ ਐਲੀਜੀਬਲ ਨਹੀਂ ਹੈਗੇ ਜੀ। ਤੇ ਸ਼ੈਫ ਦੇ ਲਈ ਵੀ, ਸ਼ੈਫ ਦੇ ਕੁੱਕ ਦੇ ਲਈ ਹੈ ਜੀ, ਕੋਈ ਟੇਕ ਅਵੇ ਜਾਂ ਫਾਸਟ ਫੂਡ ਰੈਸਟੋਰੈਂਟ ਐਲੀਜੀਬਲ ਨਹੀਂ ਹੈਗੇ ਜੀ। ਕੋਈ ਮੈਕਡੋਨਲਡ, ਹੰਗਰੀ ਜੈਕਸ ਜਾਂ ਕਬਾਬ ਸ਼ਾਪਾਂ ਜਾਂ ਕੋਈ ਟੇਕ ਅਵੇ ਜਿੱਥੇ ਡਾਈਨਿੰਗ ਨਹੀਂ ਹੈਗਾ, ਜੇ ਉਹਨਾਂ ਵਿੱਚ ਐਜ਼ ਅ ਸ਼ੈਫ ਕੰਮ ਕਰ ਰਹੇ ਹੋ ਤਾਂ ਤੁਸੀਂ, ਜਾਂ ਕੁੱਕ ਕੰਮ ਕਰ ਰਹੇ ਹੋ ਤਾਂ ਤੁਸੀਂ ਐਲੀਜੀਬਲ ਕੁਈਨਜ਼ਲੈਂਡ ਦੀ ਨੋਮੀਨੇਸ਼ਨ ਦੇ ਲਈ ਨਹੀਂ ਹੈਗੇ ਜੀ। ਤੇ ਬੰਸਲ ਸਾਹਿਬ, ਇਹ ਤਾਂ ਗੱਲ ਕਰ ਲਈ ਆਪਾਂ ਕੁਈਨਜ਼ਲੈਂਡ ਦੀ ਜੀ। ਕੁਈਨਜ਼ਲੈਂਡ ਤੋਂ ਇਲਾਵਾ ਜੇਕਰ ਗੱਲ ਕਰ ਲਈ ਕਿਸੇ ਹੋਰ ਸਟੇਟ ਦੀ ਵੀ ਕੋਈ ਨਵੀਂ ਅਪਡੇਟ ਆ ਰਹੀ ਹੈ, ਇਸੇ ਤਰ੍ਹਾਂ ਦੀਆਂ ਕੋਈ ਹੋਰ ਜਿਹੜੀਆਂ ਕੰਸੋਆਂ ਨੇ ਕਿਤੋਂ ਮਿਲ ਰਹੀਆਂ ਨੇ ਜੀ? ਹਾਂਜੀ, ਕੰਸੋਹਾਂ ਮਿਲ ਰਹੀਆਂ ਨੇ ਜੀ ਕਿ ਸਾਰੀਆਂ ਸਟੇਟਾਂ ਬਹੁਤ ਜ਼ਿਆਦਾ ਦੁਖੀ ਨੇ ਜੀ, ਉਹਨਾਂ ਕੋਲ ਸੀਟਾਂ ਨਹੀਂ ਹੈਗੀਆਂ। ਕਿਉਂਕਿ ਮੈਨੂੰ ਜਿਹੜਾ ਮੈਂ ਧਿਆਨ ਮੇਰਾ ਤਾਂ ਗਿਆ, ਨਾਰਦਰਨ ਟੈਰੀਟਰੀ ਬਾਰੇ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਨਾਰਦਰਨ ਟੈਰੀਟਰੀ ਦਾ ਕੀ ਹਾਲ ਚਾਲ ਹੈ ਜੀ? ਨਾਰਦਰਨ ਟੈਰੀਟਰੀ ਦਾ ਹਾਲ ਚਾਲ ਬਹੁਤ ਬੁਰਾ ਜੀ। ਉਹਨਾਂ ਕੋਲ ਬਹੁਤ ਜ਼ਿਆਦਾ ਘੱਟ ਸੀਟਾਂ ਨੇ, ਬਲਕਿ ਇੰਨੀਆਂ ਘੱਟ ਸੀਟਾਂ ਨੇ ਜੀ ਉਹਨਾਂ ਨੇ ਕਹਿਦਾ ਵੀ ਸਾਡੇ ਕੋਲੇ, ਉਹਨਾਂ ਨੇ ਆਪਣਾ ਸਿਸਟਮ ਜਿਹੜਾ ਆਪਣਾ ਪ੍ਰੋਗਰਾਮ ਹੀ ਉਹ ਟੈਂਪਰੇਰੀ ਬੰਦ ਕਰ ਦਿੱਤਾ ਜੀ। ਤਾਂ ਉਹ ਕਹਿੰਦੇ ਵੀ ਸਾਡੇ ਕੋਲ ਪਹਿਲਾਂ ਹੀ ਪਾਈਪਲਾਈਨ ਦੇ ਵਿੱਚ ਇੰਨੀਆਂ ਐਪਲੀਕੇਸ਼ਨਾਂ ਪਈਆਂ ਨੇ ਕਿ ਅਸੀਂ ਨਵੇਂ ਬੰਦਿਆਂ ਨੂੰ ਐਲੋਕੇਟ ਕਰ ਹੀ ਨਹੀਂ ਸਕਦੇ। ਤੇ ਉਹ ਟਰਾਈ ਕਰ ਰਹੇ ਨੇ ਗੌਰਮੈਂਟ ਨਾਲ ਗੱਲ ਕਰਨ ਦੀ ਕਿ ਸੀਟਾਂ ਵਧਾਈਆਂ ਜਾਣ। ਇਨਫੈਕਟ WA ਦੇ ਪ੍ਰੀਮੀਅਰ ਰੋਜਰ ਕੁੱਕ ਨੇ ਵੀ ਫੈਡਰਲ ਗੌਰਮੈਂਟ ਨੂੰ ਕਿਹਾ ਹੈ ਕਿ ਸੀਟਾਂ ਵਧਾਈਆਂ ਜਾਣ, ਕਿਉਂਕਿ ਉਹਨਾਂ ਦੀ ਸਟੇਟ ਨੂੰ ਵਧਣ ਦੀ ਲੋੜ ਆ ਤੇ ਇਹਨਾਂ ਦੇ ਨਾਲ ਉਹਨਾਂ ਨੂੰ
ਟੈਲੈਂਟਡ ਬੰਦੇ ਨੂੰ ਆਪਣੀ ਸਟੇਟ ਅਟਰੈਕਟ ਕਰਨ ਵਿੱਚ ਪ੍ਰੋਬਲਮ ਆਊਗੀ, ਕਿਉਂਕਿ ਉਹਨਾਂ ਕੋਲ ਸੀਟਾਂ ਨਹੀਂ ਹੈਗੀਆਂ ਤੇ ਬੰਦੇ ਉਹਨਾਂ ਦੀ ਸਟੇਟ ਵਿੱਚ ਮੂਵ ਨਹੀਂ ਹੋਣਗੇ ਜੀ। ਜੀ ਸੋ ਦੋਸਤੋ, ਇਹ ਸੀਗੀਆਂ ਉਹ ਅਪਡੇਟਸ ਜਿਹੜੀਆਂ ਸਟੇਟਸ ਵੱਲੋਂ ਆ ਰਹੀਆਂ ਨੇ, ਕਿਉਂਕਿ ਜਿਵੇਂ ਜਿਵੇਂ ਟਾਈਮ ਵੱਧਦਾ, ਕੋਵਿਡ ਦੇ ਵੇਲੇ ਬਹੁਤ ਸਾਰੀਆਂ ਇਹੋ ਜਿਹੀਆਂ ਰਿਲੈਕਸ ਜਿਹੜੀਆਂ ਗਤੀਵਿਧੀਆਂ ਸੀਗੀਆਂ ਉਹ ਹੋ ਰਹੀਆਂ ਸੀਗੀਆਂ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ, ਜਿੱਥੇ ਕਿ ਢਿੱਲ ਦਿੱਤੀ ਜਾ ਰਹੀ ਸੀਗੀ। ਪਰ ਹੁਣ ਜੇਕਰ ਗੱਲ ਕਰ ਲਈਏ, ਜਿਵੇਂ ਜਿਵੇਂ ਕੋਵਿਡ ਦਾ ਦੌਰ ਖਤਮ ਹੋ ਰਿਹਾ, ਉਸ ਤੋਂ ਇਲਾਵਾ ਹੁਣ ਹੋਰ ਵੀ ਮਹਿੰਗਾਈ ਦਾ ਦੌਰ ਆ ਗਿਆ ਜੀ। ਇਸ ਤੋਂ ਇਲਾਵਾ ਹੁਣ ਜਿਵੇਂ ਫੀਸਾਂ ਦੇ ਵਾਧੇ ਦੀ ਗੱਲ ਕਰ ਰਹੇ, ਉਹ ਵੀ ਇਸੇ ਤਰ੍ਹਾਂ ਦਾ ਹੀ ਇੱਕ ਉਧਰ ਵੱਲ ਇਸ਼ਾਰਾ ਕਰ ਰਿਹਾ ਸਰ। ਪੂਰੇ ਆਪਣੇ ਇਹਨਾਂ ਨੇ ਆਪਣੇ ਸਟੂਡੈਂਟਾਂ ਤੋਂ ਹੀ ਕਰਨੇ ਨੇ ਜੀ, ਪਹਿਲਾਂ ਵੀ ਕੀਤੇ ਨੇ, ਹੁਣ ਵੀ ਮੇਰੇ ਖਿਆਲ ਨਾਲ ਤਾਂ ਸਾਰਾ ਬੋਝ ਟੈਕਸ ਪੇਅਰ ਤੇ ਸਟੂਡੈਂਟਾਂ ਦੇ ਉੱਤੇ ਹੀ ਪੈਣਾ ਜੀ, ਤੇ ਉਹ ਚੀਜ਼ ਬਾਰੇ ਆਪਾਂ ਦੇਖ ਹੀ ਰਹੇ ਹਾਂ ਜੀ ਗੱਲਾਂ ਹੁਣ ਜੀ। ਸੋ ਬਸ ਹੁਣ ਆਪਾਂ ਗੱਲ ਕਰ ਲਿਆ, ਤੁਸੀਂ ਦੱਸ ਰਹੇ ਸੀਗੇ ਕਿ 408 ਵੀਜ਼ਾ ਹੁਣ ਖਤਮ ਹੋ ਗਿਆ। ਬਿਲਕੁਲ ਜੀ। ਹੁਣ ਜਦੋਂ ਖਤਮ ਹੋ ਗਿਆ, ਇਸ ਸਿਨੈਰੀਓ ਦੇ ਵਿੱਚ ਜਿਹੜੇ ਐਪਲੀਕੈਂਟਸ ਨੇ ਉਹਨਾਂ ਕੋਲੇ ਕੀ ਆਪਸ਼ਨਸ ਬਚਦੀਆਂ ਨੇ? ਦੇਖੋ ਜੀ, 408 ਵੀਜ਼ਾ, ਕਿਉਂਕਿ ਸਾਨੂੰ ਬਹੁਤ ਕੁਐਸਚਨ ਪੁੱਛਿਆ ਜਾਂਦਾ ਢਿੱਲੋਂ ਸਾਹਿਬ, ਆਈ ਥਿੰਕ ਤੁਸੀਂ ਵੀ ਵਧੀਆ ਕੁਐਸਚਨ ਪੁੱਛਿਆ ਜੀ, ਕਿਉਂਕਿ ਆਪਣੇ ਪੰਜਾਬੀ ਖੈਰ ਬੜੇ ਇਮੋਸ਼ਨਲ ਹੁੰਦੇ ਨੇ। ਜਿਵੇਂ ਹੁਣ 408 ਵੀਜ਼ਾ ਬੰਦ ਹੋ ਗਿਆ ਤਾਂ ਕੋਈ ਗੱਲ ਨਹੀਂ, ਬੰਦ ਹੀ ਹੋਇਆ, ਤਾਂ ਬਾਕੀ ਸਾਰੀਆਂ ਆਪਸ਼ਨਾਂ ਹਜੇ ਵੀ ਅਵੇਲੇਬਲ ਨੇ। ਇੱਕ ਆਪਸ਼ਨ ਜਿਹੜੀ ਟੈਂਪਰੇਰੀ 2-3 ਸਾਲ ਆਪਾਂ ਨੂੰ ਮਿਲੀ ਹੈ ਤੇ ਹੁਣ ਆਪਣੇ ਤੋਂ ਵਾਪਸ ਲੈ ਲਈ ਗਈ ਆ, ਤਾਂ ਬਾਕੀ ਆਪਸ਼ਨਾਂ ਬੰਦ ਨਹੀਂ ਹੋਈਆਂ। ਆਪਣੇ ਕੋਲ ਡੈਫੀਨਿਟਲੀ ਐਮਪਲੋਇਰ ਸਪਾਂਸਰ ਦੀ ਆਪਸ਼ਨ ਹੈ ਜੀ। 482 ਵੀਜ਼ਾ ਅਵੇਲੇਬਲ ਹੈ ਤੁਹਾਡੇ ਕੋਲੇ। ਜੇ ਤੁਹਾਡੇ ਕੋਲ ਤੁਸੀਂ ਆਪਣੀ ਫੀਲਡ ਵੀ 2 ਸਾਲ ਤੋਂ ਕੰਮ ਕਰ ਰਹੇ ਹੋ ਤਾਂ ਤੁਸੀਂ 482 ਵੀਜ਼ਾ ਪਾ ਸਕਦੇ ਹੋ। ਸਟੂਡੈਂਟ ਵੀਜ਼ਾ ਤਾਂ ਡੈਫੀਨਿਟਲੀ ਤੁਸੀਂ ਪਾ ਹੀ ਸਕਦੇ ਹੋ, ਸਬਜੈਕਟਿਵ ਟੂ ਜੈਨੂਇਨ ਟੈਂਪਰੇਰੀ ਐਂਟਰ ਕ੍ਰਾਈਟੇਰੀਆ ਦੀ ਕੰਡੀਸ਼ਨਾਂ ਮੀਟ ਕਰਕੇ। ਉਸ ਤੋਂ ਇਲਾਵਾ ਵੀ ਆਪਸ਼ਨਾਂ ਹੋ ਜਾਂਦੀਆਂ ਡਿਪੈਂਡਿੰਗ ਅਪਨ ਯੂਰ ਕੇਸ ਟੂ ਕੇਸ ਜੀ। ਤਾਂ ਘਬਰਾਉਣ ਦੀ ਲੋੜ ਨਹੀਂ। ਖੈਰ 408 ਵੀਜ਼ਾ ਬੰਦ ਹੁੰਦਾ ਕਿ ਵੀ ਸਿਗਨਲ ਵੀ ਭਾਈ ਹੁਣ ਆਪਣੇ ਪੀਆਰ ਲਈ ਥੋੜਾ ਸੀਰੀਅਸ ਹੋ ਜਾਓ, ਟਾਈਮ ਵੇਸਟ ਨਾ ਕੀਤਾ ਜਾਵੇ, ਆਪਣੀ ਫੀਲਡ ਵਿੱਚ ਕੰਮ ਕਰੋ, ਪੁਆਇੰਟ ਵਧਾਓ ਤੇ ਪੀਆਰ ਦੀ ਲਾਈਨ ਵਿੱਚ ਲੱਗੋ। ਬਿਲਕੁਲ ਜੀ, ਪੀਆਰ ਦੀ ਲਾਈਨ ਦੇ ਵਿੱਚ ਲੱਗੋ। ਇਹ ਇੱਕ ਟੈਗ ਲਾਈਨ ਹੈ ਜਿਹੜੇ ਅਜੇ ਬਾਂਸਲ ਹਮੇਸ਼ਾ ਤੁਹਾਨੂੰ ਸਲਾਹ ਦੇ ਰੂਪ ਦੇ ਵਿੱਚ ਦਿੰਦੇ ਨੇ, ਤੁਸੀਂ ਵੀ ਪੀਆਰ ਦੀ ਲਾਈਨ ਦੇ ਵਿੱਚ ਲੱਗ ਜਾਓ ਟਾਈਮ ਰਹਿੰਦੇ ਹੀ, ਕਿਉਂਕਿ ਜਦੋਂ ਲਾਈਨ ਦੇ ਵਿੱਚ ਲੱਗਾਂਗੇ ਤਾਂ ਫਿਰ ਤੁਹਾਡਾ ਨੰਬਰ ਜਿਹੜਾ ਉਹ ਜਲਦੀ ਆ ਜਾਣਾ। ਤੇ ਜੇਕਰ ਤੁਸੀਂ ਨੰਬਰ ਜਲਦੀ ਲੈ ਕੇ ਆਉਣਾ, ਉਸ ਲਾਈਨ ਦੇ ਵਿੱਚ ਕਿਵੇਂ ਲੱਗਣਾ, ਲਾਈਨ ਦੇ ਵਿੱਚ ਲੱਗ ਕੇ ਤੁਹਾਨੂੰ ਕੀ ਰਿਕੁਆਇਰਮੈਂਟਸ ਜਿਹੜੀਆਂ ਤੁਸੀਂ ਪੂਰੀਆਂ ਕਰਨੀਆਂ ਨੇ, ਉਸ ਦੇ ਲਈ ਇੱਕ ਨੰਬਰ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਜੀ, 0406 660 960। ਇਹ ਨੰਬਰ ਹੈ ਜੀ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦਾ। ਇਸ ਨੰਬਰ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ, ਨੰਬਰ ਤੇ ਅਪੁਆਇੰਟਮੈਂਟ ਬਣਾ ਸਕਦੇ ਹੋ ਜੀ। ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਚੱਲ ਰਿਹਾ, ਆਪ ਦੀ ਫਾਈਲ ਤੁਸੀਂ ਲਗਵਾਉਣੀ ਹੈ ਜੀ, ਤਾਂ ਤੁਸੀਂ ਇਹਨਾਂ ਦੇ ਇਸ ਦਫ਼ਤਰ ਦੇ ਵਿੱਚ ਜਿੱਥੇ ਅੱਜ ਅਸੀਂ ਬੈਠ ਕੇ ਇਹ ਲਾਈਵ ਕਰ ਰਹੇ ਹਾਂ ਜੀ, ਕਾਲਿੰਗ ਸਟਰੀਟ ਦੇ ਉੱਪਰ 8/278 ਬਿਲਡਿੰਗ ਦੇ ਵਿੱਚ ਤੁਸੀਂ ਆ ਜਾਣਾ ਹੈ ਜੀ। ਲਿਫਟ ਖੁੱਲਦੇ ਸਾਰ ਹੀ ਤੁਹਾਨੂੰ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦਾ ਜਿਹੜਾ ਪੂਰਾ ਡਿਪਾਰਟਮੈਂਟ ਆ ਜੀ ਆਇਆਂ ਨੂੰ ਕਹੂਗਾ, ਤੇ ਇੱਥੇ ਆ ਕੇ ਤੁਸੀਂ ਅਰੁਣ ਬਾਂਸਲ, ਅਜੇ ਬਾਂਸਲ, ਸ਼ੁਭਮ ਬਾਂਸਲ ਅਤੇ ਹੋਰ ਵੱਡੀ ਟੀਮ ਦੇ ਨਾਲ ਮੁਲਾਕਾਤ ਕਰਕੇ ਆਪਣੀ ਆਪਸ਼ਨਸ ਨੇ ਜਿਹੜੀਆਂ ਉਹ ਡਿਸਕਸ ਕਰ ਸਕਦੇ ਹੋ। ਬਾਂਸਲ ਸਾਹਿਬ, ਹੁਣ ਆਪਾਂ ਪਿੱਛੇ ਜਿਹੜੀ ਅਪਡੇਟ ਪਾਈ ਸੀ ਨਾ ਕਿ ਫੈਡਰਲ ਗਵਰਨਮੈਂਟ ਨੇ ਸਟੇਟ ਨੂੰ ਸੀਟ ਐਲੋਕੇਸ਼ਨ ਕਰ ਦਿੱਤੀਆਂ। ਹੁਣ ਸਟੇਟ ਜਿਹੜੀਆਂ ਸੀਟਸ ਦਾ ਐਲੋਕੇਸ਼ਨ ਹੋ ਗਈਆਂ ਨੇ, ਜੇਕਰ ਮੈਂ ਗੱਲ ਕਰ ਲਵਾਂ ਡਿਟੇਲ ਦੇ ਵਿੱਚ ਆਪਾਂ ਗੱਲ ਕਰੀਏ ਕਿ ਹਰੇਕ ਸਟੇਟ ਦੇ ਪ੍ਰੋਸਪੈਕਟਿਵ ਤੋਂ ਤੁਸੀਂ ਕੀ ਸੋਚਦੇ ਹੋ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਕੀ ਹੋਣਾ ਵਾਪਰਨਾ? ਦੇਖੋ ਢਿੱਲੋਂ ਸਾਹਿਬ, ਜਿਵੇਂ ਆਪਾਂ ਹੁਣ ਗੱਲ ਕੀਤੀ ਹੈ ਜੀ ਨਾਰਦਰਨ ਟੈਰੀਟਰੀ ਵਾਲੀ, ਕਿਉਂਕਿ ਉਹ ਕਹਿੰਦੇ ਵੀ ਸਾਡੇ ਕੋਲ ਪਹਿਲਾਂ ਹੀ ਸੀਟਾਂ ਬਹੁਤ ਪਈਆਂ ਨੇ ਜੀ, ਤਾਂ ਮਤਲਬ ਕਿ ਪਹਿਲਾਂ ਹੀ ਬੰਦੇ ਬਹੁਤ ਪਏ ਨੇ, ਤਾਂ ਸੀਟਾਂ ਅਨਫ ਨਹੀਂ ਹੈਗੀਆਂ। ਤਾਂ ਹਰ ਇੱਕ ਸਟੇਟ ਦਾ ਸੇਮ ਹਾਲ ਆ ਜੀ। ਤਾਂ ਜੇ ਆਪਾਂ ਸਾਊਥ ਆਸਟ੍ਰੇਲੀਆ ਤੋਂ ਸ਼ੁਰੂ ਕਰੀਏ ਜੀ, ਤਾਂ ਉਹਨਾਂ ਨੇ ਕਿਹਾ ਵੀ ਉਹ ਹੈਲਥ ਸੈਕਟਰ ਕਰਨੀ ਲੁੱਕਅਪ ਕਰ ਰਹੇ ਨੇ, ਕਿਉਂਕਿ ਵਿਕਟੋਰੀਆ ਨੇ ਪਿਛਲੀ ਵਾਰ ਉਹਨਾਂ ਦਾ ਬਹੁਤ ਹੈਲਥ ਸੈਕਟਰ ਵਾਲੇ ਬੱਚੇ ਖਿੱਚ ਲਏ ਸੀ ਜੀ। ਤੇ ਉਸ ਤੋਂ ਇਲਾਵਾ ਵੀ ਉਹਨਾਂ ਦਾ ਮੇਨ ਫੋਕਸ ਕ੍ਰਿਟੀਕਲ ਸੈਕਟਰ ਰਹੂਗਾ ਜੀ। ਤਾਂ ਕ੍ਰਿਟੀਕਲ ਸੈਕਟਰ ਕਿਹੜਾ ਜੀ, ਉਹ ਥੋੜਾ ਜਿਹਾ ਆਪਣੀ ਵੈਬਸਾਈਟ ਤੇ ਆ ਕੇ ਡਿਫਾਈਨ ਕਰਨਗੇ। ਉਸ ਤੋਂ ਇਲਾਵਾ ਤਾਂ ਉਹ ਹੁਣ ਪਰ ਉਹਨਾਂ ਨੇ ਪੁਰਾਣੇ ਜਿਹੜੇ ਬੱਚੇ ਸੀ, ਜਿਹੜੇ ਪੁਰਾਣੇ ਪਾਈਪਲਾਈਨ 'ਚ ਲੱਗੇ ਹੋਏ ਸੀ ਬੱਚੇ, ਉਹਨਾਂ ਨੂੰ ਇਨਵਾਈਟ ਦੇਣੇ ਸ਼ੁਰੂ ਕਰ ਦਿੱਤੇ ਨੇ। ਸਾਡੇ ਵੀ ਤਕਰੀਬਨ 15-20 ਇਨਵਾਈਟ ਅੱਜ ਆਏ ਨੇ ਜੀ, ਤੇ ਉਮੀਦ ਕਰਦੇ ਹੋਰ ਵੀ ਆਉਣ ਟਾਈਮ ਦੇ ਵਿੱਚ ਹੌਲੀ ਕਰਕੇ 49119 ਜਿਹੜੇ ਪੁਰਾਣੇ ਬੰਦੇ ਨੂੰ ਇਨਵਾਈਟ ਦੇ ਰਹੇ ਨੇ। ਉਸ ਤੋਂ ਬਾਅਦ ਜਿਹੜੀਆਂ ਸੀਟਾਂ ਬਚਣਗੀਆਂ ਤੇ ਉਹਨਾਂ ਨੂੰ ਹੈਲਥ ਸੈਕਟਰ ਜਾਂ ਆਪਣੇ ਕ੍ਰਿਟੀਕਲ ਸੈਕਟਰ ਨੂੰ ਦੇਣਗੇ ਜੀ। ਵੈਸਟਰਨ ਆਸਟ੍ਰੇਲੀਆ ਦਾ ਫੋਕਸ ਇਸ ਵਾਰ ਕੰਸਟਰਕਸ਼ਨ ਹੈ ਜੀ। ਤਾਂ ਕੰਸਟਰਕਸ਼ਨ ਦੇ ਵਿੱਚ ਬੇਸਿਕਲੀ ਜਿਹੜੀ ਵੀ ਕੰਸਟਰਕਸ਼ਨ ਦੇ ਵਿੱਚ ਆਕੂਪੇਸ਼ਨ ਆ ਜਾਂਦੀਆਂ ਨੇ ਜੀ, ਪੇਂਟਿੰਗ, ਕਾਰਪੈਂਟਰੀ, ਕੈਬਨਟ ਮੇਕਿੰਗ ਦਾ, ਇਹਨਾਂ ਦੇ ਨਾਲ ਰਿਲੇਟਡ ਜਿਹੜੀਆਂ ਆਕੂਪੇਸ਼ਨ ਹੋਣਗੀਆਂ ਉਹਨਾਂ ਦਾ ਹੀ ਫੋਕਸ ਰਹਿਣਗੇ। ਕਿਉਂਕਿ ਹੁਣ ਲਿਮਿਟਡ ਮਤਲਬ ਕੀ ਕਹਿ ਲਓ ਸੀਟਾਂ ਨੇ, ਤਾਂ ਉਹ ਆਪਣੇ ਜਿਹੜੇ ਸੈਕਟਰ ਦੀ ਸਟੇਟ ਨੂੰ ਜ਼ਿਆਦਾ ਲੋੜ ਆ ਉਹਨਾਂ ਦੇ ਉੱਤੇ ਉਹ ਕਰ ਰਹੇ ਨੇ ਜੀ ਟਰਾਈ। ਤੇ ਵਿਕਟੋਰੀਆ ਦੇ ਲਈ ਵੀ ਸਾਨੂੰ ਸੇਮ ਪੈਟਰਨ ਦੀ ਉਮੀਦ ਆ ਦੀ। ਹੈਲਥ ਸੈਕਟਰ ਨੂੰ ਫੋਕਸ ਕਰਨਗੇ, ਹਸਪੀਟੈਲਿਟੀ ਨੂੰ ਕਰਨਗੇ, ਟੀਚਿੰਗ ਨੂੰ ਕਰਨਗੇ, ਸੋਸ਼ਲ ਵਰਕ ਦੇ ਵੈਲਫੇਅਰ ਸੈਕਟਰ ਨੂੰ ਹੀ ਕਰਨਗੇ ਜੀ। ਕਿਉਂਕਿ ਸੀਟਾਂ ਘੱਟ ਨੇ ਤਾਂ ਮੈਨੂੰ ਲੱਗਦਾ ਨਹੀਂ ਹੋਰ ਕਿਸੇ ਦਾ ਵੀ ਨੰਬਰ ਆਊਗਾ। ਪਰ ਗੁੱਡ ਥਿੰਗ ਵਿਕਟੋਰੀਆ ਦੀ ਹੈ ਜੀ, ਹਸਪੀਟੈਲਿਟੀ ਤੇ ਹੈਲਥ ਸੈਕਟਰ ਨੂੰ, ਸ਼ੈਫ ਨੂੰ, ਨਰਸਾਂ ਨੂੰ ਇਹ ਥੋੜਾ ਪ੍ਰਾਇੋਰਟਾਈਜ਼ ਕਰਦੇ ਨੇ, ਜਿਹਦੇ 'ਚ ਆਪਣੇ ਪੰਜਾਬੀ ਭਾਈਚਾਰਾ ਬਹੁਤ ਆ ਜੀ। ਕੁਇਨਜ਼ਲੈਂਡ ਦੀ ਜੇ ਆਪਾਂ ਗੱਲ ਕਰੀਏ, ਬਹੁਤ ਵੱਡੀ ਸਟੇਟ ਆ ਜੀ, ਤੇ ਕ੍ਰਾਈਟੇਰੀਆ ਇਹਨਾਂ ਨੇ ਬੜਾ ਸੌਖਾ ਕੀਤਾ। ਤਾਂ ਇਹਦਾ ਮਤਲਬ ਇਹੀ ਹੈ ਜੀ ਕਿ ਜਿਹੜੇ ਬੰਦੇ ਉੱਥੇ ਲੰਬੇ ਸਮੇਂ ਤੋਂ ਰਹਿ ਰਹੇ ਨੇ, ਕੰਮ ਕਰ ਰਹੇ ਨੇ, ਤਾਂ ਜਿਨ੍ਹਾਂ ਦੇ ਪੁਆਇੰਟ ਵੱਧ ਨੇ, ਉਹਨਾਂ ਦਾ ਇਨਵੀਟੇਸ਼ਨ ਆਉਣ ਦੇ ਚਾਂਸਿਸ ਬਹੁਤ ਜ਼ਿਆਦਾ ਨੇ। ਪਰ ਜੇ ਤੁਸੀਂ ਹੁਣ ਮੂਵ ਕਰਕੇ ਉਹਦਾ ਟਾਰਗੇਟ ਕਰੋਗੇ ਤਾਂ ਮੁਸ਼ਕਿਲ ਆ ਜੀ।
ਤੇ ਕੈਨਬਰਾ ਦੇ ਲਈ ਵੀ ਸੇਮ ਹੈ ਜੀ। ਕੈਨਬਰਾ ਦਾ ਬੜਾ ਸਟੇਬਲ ਸਟਰਕਚਰ ਹੈ ਜੀ, ਉਹਨਾਂ ਨੇ ਆਪਣਾ EOI ਵਰਗਾ ਇੱਕ ਸਿਸਟਮ ਬਣਾਇਆ ਹੋਇਆ ਮੈਟ੍ਰਿਕਸ। ਤਾਂ ਮੈਟ੍ਰਿਕਸ ਦੇ ਪੁਆਇੰਟ ਬਣਦੇ ਨੇ ਜੀ, ਤੇ ਪੁਆਇੰਟ ਦੇ ਵਿੱਚ ਇਨਵੀਟੇਸ਼ਨ ਆਉਂਦਾ ਰਹਿੰਦਾ। ਸਪਲਾਈ ਦੀ ਡਿਮਾਂਡ ਹੈ ਜੀ, ਜੇ ਤਾਂ ਜ਼ਿਆਦਾ ਸਪਲਾਈ ਹੈ ਜੀ ਤਾਂ ਉਹਨਾਂ ਦੇ ਪੁਆਇੰਟਸ ਅਪ ਹੋ ਜਾਂਦੇ ਨੇ, ਸੌਰੀ ਪੁਆਇੰਟ ਲੋ ਹੋ ਜਾਂਦੇ ਨੇ। ਜੇ ਸਪਲਾਈ ਘਟ ਜਾਂਦੀ ਹੈ ਨੰਬਰ ਦੀ, ਜਿਵੇਂ ਹੁਣ ਸੀਟਾਂ ਘਟ ਗਈਆਂ ਨੇ ਜੀ, ਤਾਂ ਜਿਹੜੇ ਮੈਟ੍ਰਿਕਸ ਦੇ ਪੁਆਇੰਟ ਨੇ ਜੀ ਉਹ ਪੁਆਇੰਟ ਥੋੜੇ ਜਿਹੇ ਵਧ ਜਾਣਗੇ ਜੀ। ਨਿਊ ਸਾਊਥ ਵੇਲ ਦਾ ਵੀ ਇਟਸ ਵੈਰੀ ਅਨਐਕਸਪੈਕਟਡ ਹੈ ਜੀ ਕੀ ਕਰਨਗੇ, ਕਿਉਂਕਿ ਨਿਊ ਸਾਊਥ ਵੇਲ ਦਾ ਸ਼ੁਰੂ ਤੋਂ ਹੀ ਰੂਲ ਰਿਹਾ ਜੀ, ਪਹਿਲਾਂ ਬੜੇ ਜ਼ਿਆਦਾ ਔਖੇ ਕਰ ਦਿੰਦੇ ਨੇ ਜੀ, ਫਿਰ ਉਹਨਾਂ ਨੂੰ ਧੜਾ ਇਨਵੀਟੇਸ਼ਨ ਦਿੰਦੇ ਨੇ, ਫਿਰ ਰੂਲ ਸੌਖੇ ਕਰ ਦਿੰਦੇ ਤੇ ਇਨਵੀਟੇਸ਼ਨ ਦੇਣੇ ਬੰਦ ਕਰ ਦਿੰਦੇ ਜਾਂ ਘਟਾ ਦਿੰਦੇ ਨੇ ਜੀ। ਦੈਟ ਵਿਲ ਬੀ ਇੰਟਰਸਟਿੰਗ ਟੂ ਸੀ ਵੀ ਉਹ ਕੀ ਕਰਦੇ ਨੇ ਜੀ। ਪਰ ਉਹੀ ਗੱਲ ਹੈ ਕਿ ਬਾਕੀ ਸਟੇਟ ਉਹ ਵੀ ਬੜੇ ਡਿਸਸੈਟਿਸਫਾਈਡ ਨੇ ਗਵਰਨਮੈਂਟ ਤੋਂ, ਦੇ ਵਾਂਟ ਮੋਰ ਕੋਟਾ ਜੀ। ਤਾਂ ਮੇਰੇ ਖਿਆਲ ਨਾਲ ਆਪਾਂ ਸਾਰੀ ਸਟੇਟਾਂ ਕਵਰ ਕਰਨੀਆਂ ਢਿੱਲੋਂ ਸਾਹਿਬ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਬਾਦਲ ਸਾਹਿਬ। ਕਿਉਂਕਿ ਜਦੋਂ ਸਟੇਟ ਐਲੋਕੇਸ਼ਨ ਹੋਈਆਂ ਸੀ, ਬਹੁਤ ਸਾਰੇ ਜਿਹੜੇ ਸਵਾਲ ਸਾਨੂੰ ਇਹ ਆ ਰਹੇ ਸੀ ਕਿ ਸਾਡੀ ਸਟੇਟ ਬਾਰੇ ਦੱਸੋ, ਕਿਉਂਕਿ ਵੈਸਟਰਨ ਆਸਟ੍ਰੇਲੀਆ ਦੀ ਗੱਲ ਕੀਤੀ ਹੈ ਤੁਸੀਂ, ਹੁਣ ਉੱਥੇ ਪਰਥ ਦੇ ਵਿੱਚ ਲੋਕ ਘਰ ਬਣਾ ਰਹੇ ਨੇ ਤਾਂ ਤਰਜੀਹ ਉਹਨਾਂ ਨੂੰ ਮਿਲਣੀਆਂ। ਪਰ ਜਿਹੜਾ ਫੈਡਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੇ ਵਿੱਚ ਜਿਹੜੀ ਲੜਾਈ ਹੈ, ਜਿਹੜੀ ਸੀਟਾਂ ਨੂੰ ਅੰਕੜੇ ਵਧਾਉਣ ਨੂੰ ਲੈ ਕੇ ਜਿਹੜੀ ਖਿੱਚਮ ਖਿੱਚ ਹੈ ਜੀ, ਉਹ ਚੱਲਦੀ ਰਹਿਣੀ ਹੈ ਜੀ। ਤੇ ਉਮੀਦ ਕਰਦੇ ਹਾਂ ਕਿ ਇਸ ਦੇ ਵਿੱਚ ਸਟੇਟਸ ਜਿਹੜੀਆਂ ਵਿਨਰ ਹੋ ਕੇ ਆਉਣਗੀਆਂ, ਅੱਗੇ ਤੋਂ ਜਿਹੜੇ ਨੰਬਰ ਨੇ ਉਹ ਜ਼ਿਆਦਾ ਵਧਣਗੇ। ਵਿਕਟੋਰੀਆ ਦੀ ਗੱਲ ਕਰ ਰਹੇ ਸੀ ਆਪੇ ਬਸ, ਜਿਹੜਾ ਮੈਲਬਨ ਹੈ ਨਾ ਜੀ, ਜੇ ਆਪਾਂ ਪੂਰੀ ਵਿਕਟੋਰੀਆ ਦੀ ਗੱਲ ਕਰ ਲਈਏ ਸਟੇਟ ਵਾਈਜ਼, ਮੈਨੂੰ ਲੱਗਦਾ ਆਸਟ੍ਰੇਲੀਆ ਦੇ ਵਿੱਚ ਵਿਕਟੋਰੀਆ ਨੰਬਰ 1 ਫੇਵਰਿਟ ਡੈਸਟੀਨੇਸ਼ਨ ਹੈ ਜੀ। ਆਪਣੇ ਪੰਜਾਬੀਆਂ ਦੀ ਗੱਲ ਕਰ ਲਈਏ ਜੀ, ਪੰਜਾਬੀ ਜੇਕਰ ਕੋਈ ਵੀ ਸਟੂਡੈਂਟ ਆ ਨਹੀਂ ਜੀ, ਜੇ ਸਾਡੇ ਵੀ ਕੋਈ ਜਾਣ ਪਛਾਣ ਦਾ ਫੋਨ ਕਰਦਾ ਤਾਂ ਉਹ ਪਹਿਲਾ ਨਾਮ ਮੈਲਬਨ ਦਾ ਹੀ ਲੈਂਦਾ। ਉਹ ਸਾਨੂੰ ਇਹੀ ਪੁੱਛਦਾ ਕਿ ਤੁਸੀਂ ਕਿਹੜੀ ਸਟੇਟ ਦੇ ਵਿੱਚ ਰਹਿੰਦੇ ਹੋ। ਜੇਕਰ ਵਿਕਟੋਰੀਆ ਕਹਿ ਦਈਏ ਨਾ ਜੀ, ਤੇ ਇੱਥੇ ਹੀ ਆਉਂਦੇ ਨੇ ਆਪਣੇ ਜਿੰਨੇ। ਬਿਲਕੁਲ ਸਹੀ ਗੱਲ ਹੈ ਵੀ ਹੈ ਜੀ। ਵਿਕਟੋਰੀਆ ਦੇ ਵਿੱਚ ਮੌਸਮ ਵਾਈਜ਼ ਹੀ ਤੇ ਮੈਲਬਨ ਦੇ ਵਿੱਚ ਵੀ ਕਰਨ ਵਾਲਾ ਬਹੁਤ ਕੁਛ ਹੈ ਜੀ, ਸੱਭਿਆਚਾਰਕ ਗਤੀਵਿਧੀਆਂ ਬਹੁਤ ਚੱਲਦੀਆਂ ਰਹਿੰਦੀਆਂ ਨੇ। ਪਰ ਹੁਣ ਵਿਕਟੋਰੀਆ ਦੀ ਗੱਲ ਕਰੀਏ ਜੀ, ਵਿਕਟੋਰੀਆ ਨੇ ਆਪਣੇ ਪੱਤੇ ਹੁਣ ਤੱਕ ਨਹੀਂ ਖੋਲੇ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ ਜੀ। ਹੁਣ ਜੇਕਰ ਤੁਹਾਨੂੰ ਮੈਂ ਡਾਕਟਰ ਕਹਿਣਾ ਤਾਂ ਡਾਕਟਰ ਕੁਛ ਨਾ ਕੁਛ ਦੇਖ ਲੈਂਦਾ, ਡਾਇਗਨੋਸ ਕਰ ਲੈਂਦਾ। ਤੁਸੀਂ ਕੀ ਡਾਇਗਨੋਸ ਕੀਤਾ ਜੀ? ਕੀ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਹਾਡੀਆਂ ਐਕਸਪੈਕਟੇਸ਼ਨ ਨੇ ਵਿਕਟੋਰੀਆ ਸਟੇਟ ਤੋਂ? ਵਿਕਟੋਰੀਆ ਸਟੇਟ ਤੋਂ ਜੀ ਬੜੀਆਂ ਹਾਈ ਐਕਸਪੈਕਟੇਸ਼ਨ ਸੀਗੀਆਂ ਜੀ। ਹੁਣ ਥੋੜੇ ਉਹ ਵੀ ਕਨਫਿਊਜ਼ ਨੇ, ਕਿਉਂਕਿ ਉਹਨਾਂ ਨੇ ਪਹਿਲਾਂ ਇਹਦਾ ਕ੍ਰਾਈਟੇਰੀਆ ਡਰਾਫਟ ਕੀਤਾ ਸੀ, ਉਹ ਬੇਸਡ ਔਨ ਦਾ ਨੰਬਰ ਜਿਹੜੇ ਪਿਛਲੇ ਸਾਲ ਸੀ ਜਾਂ ਉਦੋਂ ਵੱਧ ਦੀ ਉਮੀਦ ਸੀ ਜੀ। ਕਿਉਂਕਿ ਹੁਣ 70% ਜਿਹੜਾ ਕੋਟਾ ਇਹਨਾਂ ਦਾ ਘੱਟ ਕੀਤਾ ਗਿਆ ਜੀ, ਤਾਂ ਇਸ ਕਰਕੇ ਉਹ ਵੀ ਕਨਫਿਊਜ਼ ਨੇ ਵੀ ਇਹਨੂੰ ਕ੍ਰਾਈਟੇਰੀਆ ਨੂੰ ਕਿੱਦਾਂ ਬਣਾਇਆ ਜਾਵੇ ਤਾਂ ਕਿ ਸਾਰਿਆਂ ਦੇ ਲਈ ਫੇਅਰ ਹੋ ਜੇ। ਤੇ ਵਿਕਟੋਰੀਆ ਗੌਰਮੈਂਟ ਦੇ ਵੀ ਜਿਹੜਾ ਟੈਲੈਂਟ ਆ ਜੀ, ਇਹਨਾਂ ਨੂੰ ਖੈਰ ਬਾਹਰੋਂ ਬੁਲਾਉਣ ਦੀ ਲੋੜ ਨਹੀਂ ਪੈਂਦੀ, ਜਿਹੜਾ ਹੈਗਾ ਉਹਨੂੰ ਹੀ ਰਿਟੇਨ ਕਰ ਲੈਣ ਤਾਂ ਬੜਾ ਵਧੀਆ ਰਹਿ ਜਾਂਦਾ ਜੀ। ਤਾਂ ਸਾਨੂੰ ਉਮੀਦ ਹੈ ਜੀ ਕਿ ਤਕਰੀਬਨ ਇਸ ਫਰਾਈਡੇ ਜਾਂ ਨੈਕਸਟ ਫਰਾਈਡੇ ਤੱਕ ਜਿਹੜਾ ਕਿ ਵਿਕਟੋਰੀਆ ਦੇ ਰੂਲਸ ਆ ਜਾਣਗੇ ਜੀ। ਤੇ ਅਸੀਂ ਵੀ ਸਾਰੇ ਮਤਲਬ ਸਾਰੇ ਭੈਣ ਭਰਾਵਾਂ ਅਸੀਂ ਵੀ ਤਿਆਰੀ ਖਿੱਚੀ ਬੈਠੇ ਹਾਂ, ਜਦੋਂ ਆਉਣਗੇ ਤਾਂ ਅਸੀਂ ਜਿਹੜੇ ਸਾਡੇ ਭੈਣ ਭਰਾ ਨੇ ਕਲਾਇੰਟ ਨੇ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਲਾਈਨ ਵਿੱਚ ਲਾਵਾਂਗੇ ਜੀ। ਬਿਲਕੁਲ ਜੀ। ਸੋ ਵਿਕਟੋਰੀਆ ਦੇ ਬਾਰੇ ਜਿਹੜੇ ਵਿਕਟੋਰੀਆ ਸਟੇਟ ਨੇ ਹਜੇ ਜਿਹੜੇ ਪੱਤੇ ਨੇ ਉਹ ਨਹੀਂ ਖੋਲੇ, ਪਰ ਉਮੀਦ ਜਿਹੜੀ ਜ਼ਰੂਰ ਰੱਖਣੀ ਚਾਹੀਦੀ ਹੈ, ਕਿਉਂਕਿ ਆਸਾਂ ਨੂੰ ਹੀ ਜਿਹੜੀ ਉਮੀਦ ਆ, ਜਿਹੜੇ ਫਲ ਆ ਉਹ ਮਿਲਦਾ ਹੁੰਦਾ। ਬਸ ਸਭ ਬਹੁਤ ਸਾਰੇ ਜਿਹੜੇ ਦੋਸਤ ਮਿੱਤਰ ਨੇ ਸਾਨੂੰ ਦੇਖ ਰਹੇ ਨੇ, ਸ਼ੁਕਰੀਆ ਕਹਿ ਰਹੇ ਨੇ ਜੀ, ਕਹਿ ਰਹੇ ਨੇ ਕਿ ਚੰਗੀ ਇਨਫੋਰਮੇਸ਼ਨ ਆ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰੇ ਦੋਸਤਾਂ ਦਾ, ਤੁਸੀਂ ਅੱਜ ਦੇ ਇਸ ਪਹਿਲੇ ਲਾਈਵ ਨੂੰ ਪਸੰਦ ਕਰ ਰਹੇ ਹੋ। ਦੋਸਤਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਵਾਂ, ਜਿਹੜੇ ਦੋਸਤ ਸਾਡੇ ਨਾਲ ਹੁਣ ਜੁੜੇ ਨੇ, ਇਸ ਵਕਤ ਅਸੀਂ ਮੈਲਬਨ ਦੇ ਵਿੱਚ ਕੋਲਿਨ ਸਟਰੀਟ ਦੇ ਵਿੱਚ ਬਾਂਸਲ ਇਮੀਗ੍ਰੇਸ਼ਨ ਦੇ ਹੈੱਡ ਆਫਿਸ ਦੇ ਵਿੱਚ ਬੈਠੇ ਹਾਂ। ਜੇਕਰ ਇਮੀਗ੍ਰੇਸ਼ਨ ਮਾਮਲਿਆਂ ਦੇ ਨਾਲ ਤੁਹਾਡਾ ਕੋਈ ਸਵਾਲ ਹੈ ਜੀ, ਸਟੂਡੈਂਟ ਵੀਜ਼ਾ ਹੋ ਸਕਦਾ, ਫੈਮਿਲੀ ਵੀਜ਼ਾ ਹੋ ਸਕਦਾ, ਪਾਰਟਨਰ ਵੀਜ਼ਾ ਹੋ ਸਕਦਾ, ਬਿਜ਼ਨਸ ਵੀਜ਼ਾ ਹੋ ਸਕਦਾ, ਜਾਂ ਕਿਸੇ ਹੋਰ ਤਰ੍ਹਾਂ ਦਾ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਤੁਹਾਡਾ ਸਵਾਲ, ਤੁਸੀਂ ਹੈੱਡ ਆਫਿਸ ਦੇ ਵਿੱਚ ਆ ਸਕਦੇ ਹੋ। ਹੈੱਡ ਆਫਿਸ ਇਹਨਾਂ ਦਾ ਕੋਲਿਨ ਸਟਰੀਟ ਤੇ 8/278 ਕੋਲਿਨ ਸਟਰੀਟ ਮੈਲਬਨ ਦੇ ਵਿੱਚ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। 0406660960 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਜੀ। ਬਾਂਸਲ ਇਮੀਗ੍ਰੇਸ਼ਨ ਦੀ ਵੱਡੀ ਟੀਮ ਹੈ ਜੀ, ਜਿਹੜੀ ਹਮੇਸ਼ਾ ਇਸ ਗੱਲ ਲਈ ਤਤਪਰ ਰਹਿੰਦੀ ਹੈ ਕਿ ਤੁਹਾਡੇ ਜਿਹੜੇ ਸਵਾਲ ਨੇ, ਤੁਹਾਡੀਆਂ ਜਿਹੜੀਆਂ ਇਨਕੁਆਇਰੀਜ਼ ਨੇ, ਉਹਨਾਂ ਦਾ ਹੱਲ ਹੈ ਜਿਹੜਾ ਉਹ ਛੇਤੀ ਤੋਂ ਛੇਤੀ ਇਹ ਕਰ ਸਕਣ। ਬਾਂਸਲ ਸਾਹਿਬ, ਫੇਸਬੁੱਕ ਦੇ ਲਾਈਵ ਤੋਂ ਇਲਾਵਾ ਅਸੀਂ ਲਗਾਤਾਰ ਜਿਹੜੇ ਸਵਾਲ ਨੇ ਸਾਨੂੰ WhatsApp ਤੇ ਵੀ ਆ ਰਹੇ ਨੇ ਜੀ। ਮੈਂ ਉਹ ਵੀ ਜਿਹੜੇ ਸਾਡੇ ਦੋਸਤ ਨੇ, ਕਿਉਂਕਿ ਸਮਾਂ ਜਿਹੜਾ ਉਹ ਥੋੜਾ ਜੀ, ਜਿਹੜੇ ਤੁਹਾਡੇ ਸਵਾਲ ਨੇ ਉਹ ਵੀ ਜ਼ਰੂਰ ਹੀ ਅਸੀਂ ਲਵਾਂਗੇ। ਜੇਕਰ ਆਪਾਂ ਪਹਿਲੇ ਸਵਾਲ ਦੀ ਗੱਲ ਕਰ ਰਹੇ ਹਾਂ ਜੀ, ਉਹ ਆਪਣੇ ਦੋਸਤ ਕਹਿ ਰਹੇ ਨੇ ਕਿ ਮੈਂ ਕਰੰਟਲੀ ਆਪਦੀ EOI ਸਬਮਿਟ ਕਰਤੀ ਐਜ਼ ਅ ਮੋਟਰ ਮਕੈਨਿਕ ਜੀ, ਤੇ ਮੈਂ ਰਹਿ ਰਿਹਾ ਰੀਜਨਲ ਵਿਕਟੋਰੀਆ ਦੇ ਵਿੱਚ। ਮੇਰੇ 70 ਪੁਆਇੰਟ ਨੇ, ਜਿਨ੍ਹਾਂ ਦੇ ਵਿੱਚ ਸਟੇਟ ਪੁਆਇੰਟਸ ਸ਼ਾਮਲ ਨੇ। ਮੈਂ ਹੁਣ ਇਸ ਗੱਲ ਕਰਕੇ ਵਰੀ ਹਾਂ ਕਿ ਜਿਹੜੀਆਂ ਸਟੇਟ ਨੂੰ ਸੀਟ ਐਲੋਕੇਸ਼ਨ ਕੀਤੀਆਂ ਹੋਈਆਂ ਨੇ ਉਹ ਬਹੁਤ ਘੱਟ ਨੇ। ਕੀ ਮੈਨੂੰ ਵਿਕਟੋਰੀਆ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ, ਔਰ ਜਾਂ ਮੈਨੂੰ ਕਿਸੇ ਹੋਰ ਸਟੇਟ ਦੇ ਵਿੱਚ ਮੂਵ ਹੋਣਾ ਚਾਹੀਦਾ ਫॉर ਬੈਟਰ ਚਾਂਸ ਆਫ ਇਨਵੀਟੇਸ਼ਨ?
ਦੇਖੋ ਜੀ, ਇਹ ਵੀ ਬੜਾ ਵਧੀਆ ਕੁਐਸਚਨ, ਕੋਈ ਸਾਡੇ ਤੋਂ ਇਹ ਵੀ ਰੋਜ਼ ਪੁੱਛਿਆ ਜਾਂਦਾ ਜੀ। ਪਰ ਮੇਰਾ ਇੱਕ ਉਹ ਕਾਊਂਟਰ ਕੁਐਸਚਨ ਇਹ ਹੁੰਦਾ ਜੀ ਕਿ ਕਿਹੜੀ ਸਟੇਟ ਵਿੱਚ ਜਾਓਗੇ ਜੀ, ਕਿਉਂਕਿ ਇੱਕ ਸਟੇਟ ਦਾ ਨਹੀਂ, ਸਾਰੀਆਂ ਸਟੇਟਾਂ ਦੇ ਹੀ 70% ਕੋਟਾ ਘੱਟ ਕੀਤਾ ਗਿਆ ਜੀ। ਪਰ ਜੇ ਆਪਾਂ ਇਹਨਾਂ ਡਾਟੇ ਨੂੰ ਪਿਛਲੇ ਸਾਲ ਨਾਲ ਕੰਪੇਅਰ ਕਰੀਏ, ਹਜੇ ਵੀ ਵਿਕਟੋਰੀਆ ਕੋਲੇ ਹਾਈਐਸਟ ਨੰਬਰ ਆਫ 190 ਸੀਟਸ ਨੇ, ਪਿਛਲੇ ਸਾਲ ਵੀ ਸੀ, ਇਸ ਸਾਲ ਵੀ ਨੇ, ਤੇ 491 ਦੀ ਹਾਈਐਸਟ ਨੰਬਰ ਆਫ ਸੀਟਸ ਨਿਊ ਸਾਊਥ ਵੇਲ ਕੋਲ ਨੇ। ਤਾਂ ਇਹ ਤੋਂ ਮੈਂ ਤਾਂ ਇਹੀ ਕਹੂੰਗਾ ਜੀ ਕਿ ਜੇ ਤੁਸੀਂ 190 ਟਾਰਗੇਟ ਕਰ ਰਹੇ ਹੋ ਤਾਂ ਵਿਕਟੋਰੀਆ ਚਾਂਸ ਵਧੀਆ ਨੇ, ਜੇ 491 ਨੂੰ ਟਾਰਗੇਟ ਕਰ ਰਹੇ ਹੋ ਮੋਰ ਲਾਈਕਲੀ ਨਿਊ ਸਾਊਥ ਵੇਲ ਕੋਈ ਰੀਜ਼ਨੇਬਲ ਕ੍ਰਾਈਟੇਰੀਆ ਕੱਢੂਗਾ ਜੇ ਤੁਹਾਡਾ ਆਉਣ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਨੇ। ਉਸ ਤੋਂ ਇਲਾਵਾ 189 ਦੇ ਰਾਊਂਡ ਵੀ ਅਵੇਲੇਬਲ ਨੇ ਜਿਹੜੇ ਕਿ ਆਉਣਗੇ ਇਸ ਸਾਲ। ਤਾਂ ਬਟ ਫਿਰ ਵੀ ਮੈਂ ਸਾਰਿਆਂ ਨੂੰ ਇੱਕੋ ਸਲਾਹ ਦੂੰਗਾ, ਕਿਉਂਕਿ ਟੋਟਲ ਨੰਬਰ ਆਫ ਸੀਟਸ ਬਹੁਤ ਜ਼ਿਆਦਾ ਘੱਟ ਗਈਆਂ ਨੇ, ਤਾਂ ਕਿਸੇ ਵੀ ਸਟੇਟ ਦੇ ਵਿੱਚ ਅੱਖਾਂ ਮੀਚ ਕੇ ਨਾ ਜਾਈਓ, ਇੱਕ ਵਾਰ ਉਹਨਾਂ ਦੇ ਰੂਲਸ ਆਊਟ ਹੋ ਜਾਣ ਦਿਓ। ਨਾਰਥਰਨ ਟੈਰੀਟਰੀ ਨੇ ਕੀ ਰੂਲ ਕੱਢਿਆ ਸਾਰਿਆਂ ਨੇ ਦੇਖਿਆ ਜੀ। ਉਸ ਤੋਂ ਇਲਾਵਾ ਕੁਇਨਜ਼ਲੈਂਡ ਦੇ ਰੂਲ ਵੀ ਤੁਹਾਨੂੰ ਦੱਸੇ ਨੇ ਅਸੀਂ। ਨਿਊ ਸਾਊਥ ਵੇਲ ਦੇ ਵੇਟ ਕਰ ਰਹੇ ਹਾਂ, ਤੇ ਜੇ ਹਜੇ ਵਿਕਟੋਰੀਆ ਦੇ ਵਿੱਚੋਂ ਤਾਂ ਮੈਂ ਕਹੂੰ ਵਿਕਟੋਰੀਆ ਤੇ ਨਿਊ ਸਾਊਥ ਵੇਲ ਰੂਲ ਦੇਖਣ ਤੋਂ ਬਾਅਦ ਹੀ ਕੋਈ ਡਿਸੀਜਨ ਲਿਓ। ਬਿਲਕੁਲ ਜੀ। ਇਹ ਜਿਹੜਾ ਸਵਾਲ ਸੀਗਾ ਜੀ ਸਾਨੂੰ ਵਡੋਂਗਾ ਤੋਂ, ਵਿਕਟੋਰੀਆ ਦਾ ਛੋਟਾ ਜਿਹਾ ਸ਼ਹਿਰ ਹੈ ਜੀ ਵਡੋਂਗਾ ਤੋਂ, ਪ੍ਰਿਤਪਾਲ ਸਿੰਘ ਉਹਨਾਂ ਨੇ ਪੁੱਛਿਆ ਸੀ। ਉਮੀਦ ਕਰਦੇ ਹਾਂ ਪ੍ਰਿਤਪਾਲ ਤੁਹਾਨੂੰ ਤੁਹਾਡੇ ਸਵਾਲ, ਤੁਹਾਡੀ ਇਨਕੁਆਇਰੀ ਦਾ ਜਵਾਬ ਮਿਲ ਗਿਆ ਹੋਊਗਾ। ਅਗਲਾ ਸਵਾਲ ਹੈ ਜਿਹੜਾ ਜੀ ਉਹ ਪ੍ਰਭਜੋਤ ਕੌਰ ਸਾਨੂੰ ਪੁੱਛ ਰਹੇ ਨੇ। ਉਹ ਕਹਿ ਰਹੇ ਨੇ ਕਿ ਮੇਰਾ ਪਿਛਲੇ ਸਾਲ ਵੀਜ਼ਾ ਰਿਫਿਊਜ਼ ਹੋ ਗਿਆ ਸੀਗਾ ਕੈਨਬਰਾ ਤੋਂ, ACT ਤੋਂ ਰਿਫਿਊਜ਼ ਹੋ ਗਿਆ ਸੀ, ਤੇ ਕਰੰਟਲੀ ਮੈਂ ਹੁਣ ਨਿਊ ਸਾਊਥ ਵੇਲ ਦੇ ਵਿੱਚ ਰਹਿ ਰਹੀ ਹਾਂ। ਆਈ ਐਮ ਆਲਸੋ ਐਲੀਜੀਬਲ ਫॉर ਨਿਊ ਸਾਊਥ ਵੇਲ, ਤੇ ਨਾਲ ਦੀ ਨਾਲ ਮੈਂ ਕੈਨਬਰਾ ਦੇ ਲਈ ਵੀ ਐਲੀਜੀਬਲ ਹਾਂ। ਕੀ ਹੁਣ ਮੈਨੂੰ, ਉਹ ਕਹਿੰਦੇ ਮੈਂ ਰਹਿ ਨਿਊ ਸਾਊਥ ਵੇਲ ਦੇ ਵਿੱਚ ਰਹੀ ਹਾਂ, ਵੀਜ਼ਾ ਮੇਰਾ ਲਾਸਟ ਈਅਰ ਰਿਫਿਊਜ਼ ਹੋ ਗਿਆ ਸੀ, ਕੀ ਮੈਨੂੰ ਹੁਣ ਦੁਬਾਰਾ ਕੈਨਬਰਾ ਦੇ ਵਿੱਚ ਮੂਵ ਹੋ ਜਾਣਾ ਚਾਹੀਦਾ? ਹਾਂਜੀ ਬਿਲਕੁਲ। ਕੈਨਬਰਾ ਜੇ ਤੁਹਾਡੀ ਨੋਮੀਨੇਸ਼ਨ ਰਿਫਿਊਜ਼ ਹੋ ਗਈ ਤਾਂ ਡੈਫੀਨਿਟਲੀ ਤੁਸੀਂ ਦੁਬਾਰਾ ਤੋਂ ਅਪਲਾਈ ਕਰ ਸਕਦੇ ਹੋ ਜੀ, ਤੇ ਨਿਊ ਸਾਊਥ ਵੇਲ ਲਈ ਵੀ ਟਰਾਈ ਕਰ ਸਕਦੇ ਹੋ। ਮੇਰੇ ਖਿਆਲ ਨਾਲ ਤੁਸੀਂ ਉਹੀ ਜਿਹੜੇ ਆਪਣੇ ਡਬਲ ਏਰੀਆ ਜਿਵੇਂ ਕੁਈਨਬੇਨ ਹੈ, ਨਿਊ ਸਾਊਥ ਵੇਲ, ACT ਦੋਨਾਂ ਦੇ ਕੰਸੀਡਰ ਹੋ, ਤੁਸੀਂ ਉੱਥੇ ਰਹਿ ਰਹੇ ਹੋਵੋਗੇ, ਤਾਂ ਡੈਫੀਨਿਟਲੀ ਤੁਸੀਂ ਕੈਨਬਰਾ ਦਾ ਤਾਂ ਦੁਬਾਰਾ ਅਪਲਾਈ ਕਰ ਸਕਦੇ ਹੋ, ਤੇ ਨਿਊ ਸਾਊਥ ਵੇਲ ਦੇ ਵੀ ਜੇ ਕੋਈ ਰੂਲ ਫੇਵਰੇਬਲ ਆਉਂਦੇ ਤੁਸੀਂ ਉਹਨੂੰ ਵੀ ਟਰਾਈ ਕਰ ਸਕਦੇ ਹੋ। ਤਾਂ ਆਈ ਥਿੰਕ ਯੂ ਆਰ ਇਨ ਅ ਵੈਰੀ ਗੁੱਡ ਪੋਜੀਸ਼ਨ ਜੀ। ਸੋ ਅਗਲਾ ਸਵਾਲ ਹੈ ਜੀ, ਉਹ ਕਹਿ ਰਹੇ ਨੇ ਕਿ ਐਡੀਲੇਡ ਤੋਂ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ। ਉਹ ਕਹਿੰਦੇ ਮੈਂ ਆਪਣਾ 190 ਨੋਮੀਨੇਸ਼ਨ ਪਿਛਲੇ ਸਾਲ ਅਪਲਾਈ ਕੀਤਾ ਸੀਗਾ, ਤੇ ਮੈਂ ਇੱਕ ਮੈਨੂੰ ਈਮੇਲ ਰਿਸੀਵ ਹੋਈ ਹੈ ਜੀ ਜਿਹੜੀ ਕਿ ਸੀਟ were exhausted last year. I still haven't received the invitation. My nominated occupation is chef. ਕੀ ਮੈਂ ਇਸ ਸਾਲ ਜਾਂ ਜਲਦ ਭਵਿੱਖ ਦੇ ਵਿੱਚ ਨੋਮੀਨੇਸ਼ਨ ਦੀ ਅਪਰੂਵਲ ਨੂੰ ਐਕਸਪੈਕਟ ਕਰ ਸਕਦਾ? ਹਾਂਜੀ ਬਿਲਕੁਲ। ਜਿਹੜੀ ਜਿਵੇਂ ਆਪਾਂ ਪਹਿਲੀ ਗੱਲ ਕੀਤੀ, ਸਾਊਥ ਆਸਟ੍ਰੇਲੀਆ ਨੇ ਜਾਂ ਬਾਕੀ ਸਾਰੀਆਂ ਸਟੇਟਾਂ ਨੇ ਵੀ ਖੈਰ ਆਪਣੇ ਜਿਹੜੇ ਪੁਰਾਣੇ ਜਿਹੜੇ ਪਹਿਲਾਂ ਲਾਈਨ 'ਚ ਲੱਗੇ ਸੀ ਉਹਨਾਂ ਨੂੰ ਆਨਰ ਕੀਤਾ ਜੀ, ਤੇ ਸਾਊਥ ਆਸਟ੍ਰੇਲੀਆ ਦੇ ਇਨਵੀਟੇਸ਼ਨ ਆਉਣੇ ਸ਼ੁਰੂ ਹੋ ਚੁੱਕੇ ਨੇ, ਖਾਸ ਕਰਕੇ 190 ਦੇ। ਸਾਡੇ ਸ਼ੈਫ ਦੇ ਅੱਜ ਵੀ ਇਨਵੀਟੇਸ਼ਨ ਆਏ ਨੇ, ਕੱਲ੍ਹ ਵੀ ਇਨਵੀਟੇਸ਼ਨ ਆਏ ਸੀ, ਤੇ ਹੌਲੀ ਹੌਲੀ ਡੇ ਬਾਏ ਡੇ ਇਨਵੀਟੇਸ਼ਨ ਆ ਰਹੇ ਨੇ ਜੀ। ਤਾਂ ਜੇ ਤੁਹਾਨੂੰ ਪਹਿਲਾਂ ਈਮੇਲ ਆਈ ਸੀ ਕਿ ਐਗਜ਼ੌਸਟ ਹੋ ਚੁੱਕਿਆ ਤੇ ਅਗਲੇ ਸਾਲ ਇਨਵਾਈਟ ਕਰਨਗੇ ਤਾਂ ਤਾਂ ਘਬਰਾਉਣ ਦੀ ਲੋੜ ਨਹੀਂ, ਹੋਪਫੁਲੀ ਤੁਹਾਨੂੰ ਇਨਵੀਟੇਸ਼ਨ ਜਲਦੀ ਆ ਜਾਵੇਗਾ। ਬਿਲਕੁਲ ਜੀ। ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ। ਬਸ ਦੋਸਤੋ, ਤੁਹਾਡੀਆਂ ਵੀ ਜੇਕਰ ਇਸੇ ਤਰ੍ਹਾਂ ਦੀਆਂ ਇਨਕੁਆਇਰੀਜ਼ ਨੇ, ਤੁਸੀਂ ਸਾਨੂੰ ਅੱਜ ਦੇ ਇਸ ਚੱਲਦੇ ਲਾਈਵ ਸੈਸ਼ਨ ਦੇ ਵਿੱਚ, ਸਮਾਂ ਹਾਲਾਂਕਿ ਥੋੜਾ ਰਹਿ ਗਿਆ, ਪਰ ਤੁਹਾਡੀ ਇਨਕੁਆਇਰੀ ਸਾਡੇ ਕੋਲੇ ਜੇ ਪਹੁੰਚ ਜਾਂਦੀਆਂ ਨੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਹੁਣੇ ਹੀ ਇਸੇ ਵਕਤ ਉਸ ਦਾ ਜਵਾਬ ਦੇ ਦਈਏ। ਨਹੀਂ, ਤੁਹਾਡੀਆਂ ਜਿਹੜੀਆਂ ਇਨਕੁਆਇਰੀਜ਼ ਨੇ ਉਸ ਨੂੰ ਅਸੀਂ ਬਾਂਸਲ ਇਮੀਗ੍ਰੇਸ਼ਨ ਦੀ ਟੀਮ ਤੱਕ ਪਹੁੰਚਾ ਦੇਵਾਂਗੇ, ਤਾਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਦੇ ਹੋ ਜਾਣ। ਅਗਲੀ ਆਪਾਂ ਗੱਲ ਕਰ ਲਈਏ ਜੀ। ਉਹ ਕਹਿ ਰਹੇ ਨੇ ਕਿ ਮੈਂ ਨਾਰਥਰਨ ਟੈਰੀਟਰੀ ਦੇ ਵਿੱਚ ਰਹਿ ਰਿਹਾ, ਤੇ ਐਜ਼ ਪਰ ਨਿਊ ਰੂਲ ਹੁਣ ਉਹਨਾਂ ਨੇ GSM ਕਲੋਜ਼ ਕਰ ਦਿੱਤਾ ਜੀ। ਆਈ ਹੈਵ ਸਕਿੱਲ ਅਸੈਸਮੈਂਟ ਐਜ਼ ਅਕਾਊਂਟੈਂਟ। ਮੈਨੂੰ ਇਸ ਗੱਲ ਦੀ ਚਿੰਤਾ ਕਿ ਮੈਂ ਹੁਣ ਕੀ ਕਰਾਂ? ਦੇਖੋ ਜੀ, ਅਕਾਊਂਟੈਂਟ ਤਾਂ ਮੇਰੇ ਖਿਆਲ ਸਾਨੂੰ ਵੀ ਬਹੁਤ ਚਿੰਤਾ ਵੀ ਤੁਸੀਂ ਹੁਣ ਕੀ ਕਰੋ। ਤਾਂ ਕਿਉਂਕਿ ਅਕਾਊਂਟੈਂਟ ਦਾ ਪਤਾ ਨਹੀਂ ਕੀ ਚੱਕਰ ਹੈ, ਢਿੱਲੋਂ ਸਾਹਿਬ ਮਤਰੇਈ ਮਾਲ ਇਸ ਸਲੂਕ ਹੁੰਦਾ। ਜਿਵੇਂ ਆਪਾਂ ਹੁਣ ਕੁਇਨਜ਼ਲੈਂਡ ਦੀ ਵੀ ਗੱਲ ਕੀਤੀ ਸੀ, ਉਹਨਾਂ ਨੇ ਬੜੀਆਂ ਹਾਈ ਐਕਸਪੈਕਟੇਸ਼ਨਸ ਰੱਖੀਆਂ ਨੇ ਜੀ, ਤਾਂ ਬਾਕੀ ਸਟੇਟਾਂ ਵੀ ਤਕਰੀਬਨ ਸੇਮ ਕਰਦੀਆਂ। ਤਾਂ ਮੇਰੇ ਖਿਆਲ ਨਾਲ ਜੇ ਤੁਸੀਂ ਅਕਾਊਂਟੈਂਟ ਹੋ ਜੀ ਤਾਂ ਤੁਸੀਂ ਥੋੜ੍ਹਾ ਜਿਹਾ ਵਰੀ ਕਰੋ, ਥੋੜ੍ਹਾ ਜਿਹਾ ਇਹ ਟਰਾਈ ਕਰੋ ਤੁਹਾਡੇ ਪੁਆਇੰਟ ਕਿੰਨੇ ਨੇ ਜੀ। ਤੇ ਉਸ ਤੋਂ ਬਾਅਦ ਨਿਊ ਸਾਊਥ ਵੇਲ ਤੇ ਵਿਕਟੋਰੀਆ ਥੋੜ੍ਹੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚੋਂ ਜੇ ਤੁਹਾਡੇ ਪੁਆਇੰਟ ਚੰਗੇ ਨੇ, ਇਨਵੀਟੇਸ਼ਨ ਆਉਣ ਦੀ ਥੋੜ੍ਹੀ ਜਿਹੀ ਉਮੀਦ ਹੈਗੀ ਹੈ ਜੀ। ਨਹੀਂ ਤਾਂ ਜੇ ਇਹਨਾਂ ਤੋਂ ਬਾਅਦ ਤੁਹਾਡਾ ਨਹੀਂ ਨੰਬਰ ਦਾ ਪੁਆਇੰਟ ਚੰਗੇ ਨਹੀਂ ਹੈਗੇ, ਤਾਂ ਮੇਰੇ ਖਿਆਲ ਨਾਲ ਸਾਊਥ ਆਸਟ੍ਰੇਲੀਆ ਤੇ ਤਸਮਾਨੀਆ ਤੁਹਾਡਾ ਸੈਕਿੰਡ ਚੁਆਇਸ ਆ ਜੀ। ਉਸ ਤੋਂ ਇਲਾਵਾ ਮੇਰੇ ਖਿਆਲ ਨਾਲ ਲਾਸਟ ਤੇ ਮੈਂ ਰਿਕਮੈਂਡ ਕਰੂੰਗਾ ਕੈਨਬਰਾ। ਕੁਈਨਜ਼ਲੈਂਡ, ਨਾਰਥਰਨ ਟੈਰੀਟਰੀ, ਵੈਸਟਰਨ ਆਸਟ੍ਰੇਲੀਆ ਅਕਾਊਂਟੈਂਟ ਵਾਲੀ ਮੇਰੇ ਹਿਸਾਬ ਨਾਲ ਚੰਗੀਆਂ ਸਟੇਟਾਂ ਨਹੀਂ ਹੈਗੀਆਂ ਜੀ। ਸੋ ਬਿਲਕੁਲ ਜੀ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਜੀ ਕਿਹੜੀ ਸਟੇਟ ਦੇ ਵਿੱਚ ਤੁਸੀਂ ਜਾਣਾ। ਤੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਰਿਕਮੈਂਡ ਕਰੂੰਗਾ, ਹਾਈਲੀ ਰਿਕਮੈਂਡੇਸ਼ਨ ਮੇਰੀ ਇਹੀ ਹੋਊਗੀ ਕਿ ਕੋਈ ਵੀ ਸਟੈਪ ਲੈਣ ਤੋਂ ਪਹਿਲਾਂ, ਕੋਈ ਵੀ ਦਵਾਈ ਘਰੇ ਆਪ ਲੈਣ ਤੋਂ ਪਹਿਲਾਂ ਨਾ ਡਾਕਟਰ ਦੇ ਨਾਲ ਸਲਾਹ ਕਰ ਲੈਣੀ ਜਿਹੜੀ ਜ਼ਰੂਰੀ ਹੁੰਦੀ ਹੈ। ਸੋ ਇਮੀਗ੍ਰੇਸ਼ਨ ਮਾਮਲਿਆਂ ਦੇ ਡਾਕਟਰ ਅਜੇ ਬਾਂਸਲ, ਤੁਸੀਂ ਫੋਨ ਚੱਕੋ, ਨੰਬਰ ਨੋਟ ਕਰੋ 0406 660 960। ਇਸ ਨੰਬਰ 'ਤੇ ਅਪੁਆਇੰਟਮੈਂਟ ਲੈ ਲਓ ਜੀ। ਤੁਹਾਡੀ ਅਪੁਆਇੰਟਮੈਂਟ
ਤੁਹਾਨੂੰ ਜੇਕਰ ਤੁਸੀਂ ਐਡੀਲੇਡ ਦੇ ਵਿੱਚੋਂ ਤਾਂ ਤੁਸੀਂ ਉੱਥੇ ਵੀ ਲੈ ਸਕਦੇ ਹੋ, ਮੈਲਬਨ ਦੇ ਵਿੱਚੋਂ ਤਾਂ ਅਸੀਂ ਇਹਨਾਂ ਦੇ ਹੈੱਡ ਆਫਿਸ ਦੇ ਵਿੱਚ ਆ ਸਕਦੇ ਹੋ, ਕੈਨਬਰਾ ਦੇ ਵਿੱਚ ਵੀ ਇਹਨਾਂ ਦਾ ਦਫ਼ਤਰ ਹੈ। ਆਨਲਾਈਨ ਤੁਸੀਂ ਇਹਨਾਂ ਦੀ ਅਪਾਇੰਟਮੈਂਟ ਬਣਾ ਕੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਅਗਲੇ ਸਵਾਲ ਤੱਕ ਵਧੀਆ ਜੀ ਬਾਂਸਲ ਸਾਹਿਬ, ਮੈਂ ਇੱਥੇ ਇੱਕ ਗੱਲ ਹੋਰ ਵੀ ਦੋਸਤਾਂ ਨੂੰ ਦੱਸਣੀ ਚਾਹਾਂਗਾ, ਕਿਉਂਕਿ ਦੋਸਤ ਲਗਾਤਾਰ ਸਾਨੂੰ ਦੇਖ ਰਹੇ ਨੇ, ਵਾਚ ਕਰ ਰਹੇ ਨੇ। ਮੈਂ ਉਹਨਾਂ ਦੇ ਨਾਮ ਵੀ ਲੈ ਦੇਵਾਂ ਜੀ, ਜਿਹੜੇ ਕਿ ਆਪਣੇ ਅੱਜ ਦੇ ਇਸ ਪ੍ਰੋਗਰਾਮ ਨੂੰ ਇਹ ਕਹਿ ਰਹੇ ਨੇ ਕਿ ਇੱਕ ਚੰਗੀ ਜਾਣਕਾਰੀ ਉਹਨਾਂ ਤੱਕ ਪਹੁੰਚ ਰਹੀ ਹੈ। ਤੁਹਾਡਾ ਇੱਕ ਵਾਰੀ ਫੇਰ ਤੋਂ ਸ਼ੁਕਰੀਆ ਜੀ। ਸ਼ਰਨ ਬੈਨੀਪਾਲ ਜੀ ਕਹਿ ਰਹੇ ਨੇ ਕਿ ਗੁੱਡ ਇਨਫੋਰਮੇਸ਼ਨ ਹੈ ਜੀ। ਸੁਖਜੀਤ ਢਿੱਲੋਂ ਕਹਿ ਰਹੇ ਨੇ ਕਿ ਗੁੱਡ ਇਨਫੋਰਮੇਸ਼ਨ ਹੈ ਜੀ। ਕਿਰਨਜੀਤ ਕੌਰ ਨੇ ਕਿ ਵੈਰੀ ਇਨਫੋਰਮੇਟਿਵ ਸੈਸ਼ਨ ਹੈ ਜਿਹੜਾ ਉਹ ਚੱਲ ਰਿਹਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ। ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਦੇ ਹੀ ਜਿਹੜਾ ਤੁਹਾਡਾ ਰਿਸਪੌਂਸ ਆ ਉਸ ਨੂੰ ਅਸੀਂ ਦੇਖਦੇ ਹੋਏ ਅੱਗੇ ਵੀ ਫੋਰਟਨਾਈਟਲੀ ਇਹ ਪ੍ਰੋਗਰਾਮ ਹੁਣ ਤੁਹਾਡੇ ਤੱਕ ਰੈਗੂਲਰ ਤੌਰ ਤੇ ਲੈ ਕੇ ਆਉਂਦੇ ਰਹਾਂਗੇ। ਬਸ ਅਗਲਾ ਜਿਹੜਾ ਸਵਾਲ ਹੈ ਜੀ, ਉਹ ਕਹਿੰਦੇ ਕਿ ਮੈਂ ਮੈਲਬਨ ਸਿਟੀ ਬੇਸਡ ਇੱਕ ਕੰਪਨੀ ਸੀ, ਉਸ ਦੇ ਵਿੱਚ ਕੰਮ ਕੀਤਾ ਜੀ, ਤੇ ਮੈਂ ਐਂਡ ਆਈ ਵਰਕ ਫਰੋਮ ਹੋਮ ਇਨ ਰੀਜਨਲ ਏਰੀਆ। ਠੀਕ ਹੈ ਜੀ। ਉਹ ਕਹਿੰਦੇ ਕਿ ਹੁਣ ਇਹ ਮੈਨੂੰ ਲੱਗਦਾ ਟੈਕਸ ਦੇ ਮਾਮਲੇ ਦੇ ਵਿੱਚ ਥੋੜਾ ਉਹਨਾਂ ਦਾ ਸਵਾਲ ਆ। ਉਹ ਕਹਿੰਦੇ ਕੀ ਮੈਂ ਆਪਦੀ ਟੈਕਸ ਰਿਟਰਨ ਕਲੇਮ ਕਰ ਸਕਦਾ ਫਰੋਮ ਦਾ ਸੇਮ EMPLOYER, ਐਂਡ ਕੀ ਮੈਂ ਐਲੀਜੀਬਲ ਹੈਗਾ ਲਿਵਿੰਗ ਅਤੇ ਵਰਕਿੰਗ ਰੀਜਨਲ ਏਰੀਆ ਕੰਡੀਸ਼ਨ ਦੇ ਲਈ? ਦੇਖੋ ਜੀ, ਥੋੜਾ ਘਰ ਰੀਜਨਲ ਤਾਂ ਅਸੀਂ ਡੈਫੀਨਿਟਲੀ ਰੀਜਨਲ ਏਰੀਆ 'ਚ ਲਿਵਿੰਗ ਦੇ ਲਈ ਤਾਂ ਐਲੀਜੀਬਲ ਹੋ, ਪਰ ਵਰਕਿੰਗ ਫਰੋਮ ਹੋਮ ਮੇ ਉਹ ਮੇ ਨਾਟ ਬੀ ਐਲੀਜੀਬਲ ਜੀ। ਇਹਦੇ ਲਈ ਤੁਹਾਡਾ ਅਰੇਂਜਮੈਂਟ ਕੀ ਹੈ ਤੇ ਤੁਹਾਡੇ ਘਰ ਉਹ ਕਰਨ ਦਾ ਕੰਡੀਸ਼ਨ ਕੀ ਹੈ। ਜੇ ਜਸਟ ਫॉर द ਸੇਕ ਆਫ ਵੀ ਤੁਸੀਂ ਰੀਜਨਲ ਨੂੰ ਮੀਟ ਕਰਦੇ ਹੋ ਤੇ ਰੀਜਨਲ ਕਿਉਂਕਿ ਦੇ ਰਹਿ ਰਹੇ ਹੋ ਤਾਂ ਮੇ ਉਹ ਮੇ ਨਾਟ ਵਰਕ ਦੀ। ਐਟ ਦੀ ਐਂਡ ਤੁਸੀਂ ਡਿਪਾਰਟਮੈਂਟ ਨੇ ਨਹੀਂ ਪੁੱਛਣਾ, ਤੁਹਾਡੀ ਜ਼ਿੰਮੇਵਾਰੀ ਆ ਪ੍ਰੂਵ ਕਰਨਾ ਵੀ ਤੁਸੀਂ ਰੀਜਨਲ ਵਿੱਚ ਕੰਮ ਕੀਤਾ। ਤਾਂ ਇਟ ਗੋਣਾ ਵੀ ਟ੍ਰਿਕੀ, ਮਤਲਬ ਕਿ ਜੇ ਵਰਕਿੰਗ ਫਰੋਮ ਹੋਮ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ, ਇਹ ਤੁਹਾਡੇ ਬੇਸਿਕਲੀ EMPLOYE ਅਰੇਂਜਮੈਂਟ ਦੇ ਨਾਲ ਪਤਾ ਲੱਗੂਗਾ ਜੀ। ਸੌਰੀ ਦਾ ਸਟੇਟ ਫਾਰਵਰਡ ਦੇ ਸਿੱਧਾ ਆਨਸਰ ਨਹੀਂ ਹੈਗਾ, ਇਹ ਕੇਸ ਬਾਈ ਕੇਸ ਤੇ ਅਸੀਂ ਐਡਵਾਈਸ ਕਰ ਸਕਦੇ ਹਾਂ ਜੀ। ਜੀ ਬਿਲਕੁਲ, ਕਿਉਂਕਿ ਹਰੇਕ ਕੇਸ ਨੂੰ ਬਰੀਕੀ ਦੇ ਨਾਲ ਦੇਖਣਾ ਪੈਂਦਾ। ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡਾ ਜਿਹੜਾ ਹਰੇਕ ਸਵਾਲ ਆ ਉਹਦਾ ਕੋਈ ਸਟ੍ਰੇਟ ਆਨਸਰ ਹੋਵੇ। ਕਈ ਵਾਰੀ ਦੋਸਤ ਕਾਹਲੇ ਪੈ ਜਾਂਦੇ ਨੇ ਕਿ ਮੈਂ ਸਵਾਲ ਪੁੱਛਿਆ ਸੀ ਉਹਨਾਂ ਨੇ ਜਵਾਬ ਨਹੀਂ ਦਿੱਤਾ। ਕੇਸ ਦੀ ਉਸ ਫਾਈਲ ਦੀ ਪ੍ਰੋਪਰ ਜਿਹੜੀ ਆ ਛਾਣਬੀਣ, ਪ੍ਰੋਪਰ ਜਿਹੜੀ ਆ ਸਟੱਡੀ ਕਰਨੀ ਪੈਂਦੀ ਆ। ਉਸ ਤੋਂ ਬਾਅਦ ਹੀ ਜਿਹੜਾ ਤੁਹਾਡਾ ਤਸੱਲੀ ਬਖਸ਼ ਸਵਾਲ ਹੈ ਜੀ, ਉਹ ਬਸ ਦਾ ਵਰਕਸ਼ਾਪਾਂ ਜਦੋਂ ਦੇਖੀ ਨਾ ਪੰਜਾਬ ਦੇ ਵਿੱਚ, ਆਪਾਂ ਕਾਰਾਂ ਦੀ ਜਾਂ ਕਿਸੇ ਹੋਰ ਦੀ ਵਰਕਸ਼ਾਪ ਹੁੰਦੀ ਸੀ ਨਾ, ਉਹਦੇ ਬੋਰਡ ਦੇ ਉੱਪਰ ਨਾ ਬਾਕੀ ਸਾਰਾ ਕੁਝ ਲਿਖਿਆ ਹੁੰਦਾ ਸੀ, ਉੱਤੇ ਇਹ ਵੀ ਲਿਖਿਆ ਹੁੰਦਾ ਸੀ ਸਕੂਟਰ ਕਾਰਾਂ ਦਾ ਤਸੱਲੀ ਬਖਸ਼। ਸੋ ਬਾਂਸਲ ਇਮੀਗ੍ਰੇਸ਼ਨ ਵੀ ਤਸੱਲੀ ਬਖਸ਼ ਕੰਮ ਕਰਦੇ ਨੇ ਜੀ, ਕਾਹਲੀ ਦੇ ਵਿੱਚ ਜਵਾਬ ਨਹੀਂ ਦਿੰਦੇ। ਬਾਂਸਲ ਸਾਹਿਬ ਅਗਲਾ ਸਵਾਲ ਆਪਾਂ ਲੈ ਲਈਏ ਜੀ। ਹਾਂਜੀ। ਉਹ ਕਹਿੰਦੇ ਮੈਂ 820 ਵੀਜ਼ਾ ਅਪਲਾਈ ਕੀਤਾ ਸੀ ਐਂਡ ਆਈ ਐਮ ਔਨ ਏ ਬ੍ਰੀਜ਼ਿੰਗ ਵੀਜ਼ਾ। ਕੀ ਮੈਂ ਫੈਮਿਲੀ ਨੂੰ ਟੂਰਿਸਟ ਵੀਜ਼ੇ ਤੇ ਸਪਾਂਸਰ ਕਰ ਸਕਦਾ? ਦੇਖੋ ਜੀ, ਜੇ ਤੁਸੀਂ 820 ਚਾਹੇ ਅਪਲਾਈ ਕੀਤਾ, ਚਾਹੇ ਤੁਸੀਂ 820 ਵੀਜ਼ੇ ਤੇ ਹੋ ਜੀ, ਤਾਂ ਤੁਸੀਂ ਆਪਣੀ ਜਿਹੜੀ ਫੈਮਿਲੀ ਨੂੰ ਸਪਾਂਸਰ ਨਹੀਂ ਕਰ ਸਕਦੇ, ਤੁਸੀਂ ਇਨਵਾਈਟ ਕਰ ਸਕਦੇ ਹੋ ਜੀ। ਤੁਸੀਂ ਆਪਣੀ ਫੈਮਿਲੀ ਜੇ ਸਪਾਂਸਰ ਕਰਨਾ ਚਾਹੁੰਦੇ ਹੋ ਜੀ, ਆਪਣੇ ਭੈਣ ਭਰਾ ਨੂੰ, ਪੇਰੈਂਟਸ ਨੂੰ, ਤਾਂ ਤੁਹਾਡੇ ਕੋਲ 801 ਵੀਜ਼ਾ ਹੋਣਾ ਜ਼ਰੂਰੀ ਹੈ ਜੀ। ਜਦੋਂ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋਵੋਗੇ ਉਸ ਤੋਂ ਬਾਅਦ ਹੀ ਤੁਸੀਂ ਆਪਣੀ ਫੈਮਿਲੀ ਨੂੰ ਸਪਾਂਸਰ ਕਰ ਸਕਦੇ ਹੋ। ਉਸ ਤੋਂ ਇਲਾਵਾ ਸਿਰਫ ਤੁਸੀਂ ਇਨਵਾਈਟ ਕਰ ਸਕਦੇ ਹੋ ਟੂਰਿਸਟ ਵੀਜ਼ੇ ਦੇ ਉੱਤੇ ਜੀ। ਜੀ ਬਿਲਕੁਲ ਜੀ। ਤੋਂ ਬਸ ਇੱਕ ਸਵਾਲ ਸਾਨੂੰ ਆ ਰਿਹਾ ਜੀ ਅਕਸ਼ੇ ਪਟੇਲ ਤੋਂ। ਅਕਸ਼ੇ ਪਟੇਲ ਦੀਵਾਨ they are asking that any chance to increase allocation number in October budget? Very, very rare chance, sir ji, because they already have the numbers, so it hasn't been allocated yet. Budget would have been beneficial in case they don't have numbers like they did last time when they had only 160, then they increased the number to 190. But now this time they already have the numbers, so but they choose not to allocate it to the states based on some weird reason which I don't agree with. So budget have very few implication on this number. Maybe we have to wait till December to see how they act. ਬਿਲਕੁਲ ਜੀ। ਸੋ ਦਸੰਬਰ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ ਜੀ। ਦੋਸਤੋ ਸਮਾਂ ਜਿਹੜਾ ਉਹ ਲਗਭਗ ਖਤਮ ਹੋ ਚੁੱਕਿਆ। ਤੁਹਾਡੇ ਸਵਾਲ ਸਿਰ ਮੱਥੇ ਜੀ, ਤੁਸੀਂ ਸਾਨੂੰ ਸਵਾਲ ਜੇਕਰ, ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਇਸ ਵੇਲੇ ਕੰਮ ਤੇ ਹੋਵੋ ਤੇ ਕੰਮ ਤੇ ਹੁੰਦੇ ਤੁਸੀਂ ਇਹ ਲਾਈਵ ਸੈਸ਼ਨ ਨਾ ਦੇਖ ਸਕਦੇ ਹੋਵੋ, ਇਸ ਨੂੰ ਤੁਸੀਂ ਬਾਅਦ ਦੇ ਵਿੱਚ ਦੇਖ ਸਕਦੇ ਹੋ। ਬੋਲ ਪੰਜਾਬੀ ਨੂੰ ਦੇ ਪੇਜ ਨੂੰ ਤੁਸੀਂ ਲਾਈਕ ਫੋਲੋ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ, ਕਿਉਂਕਿ ਮੈਂ ਜਿਵੇਂ ਦੱਸਿਆ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਅਸੀਂ ਹਫਤਾਵਾਰੀ ਫੋਰਟਨਾਈਟਲੀ ਪ੍ਰੋਗਰਾਮ ਅਸੀਂ ਤੁਹਾਡੇ ਤੱਕ ਲੈ ਕੇ ਆਇਆ ਕਰਾਂਗੇ। ਜਿਹੜੀਆਂ ਇਮੀਗ੍ਰੇਸ਼ਨ ਮਾਮਲੇ ਦੀਆਂ ਅਪਡੇਟਸ ਨੇ ਉਹ ਅਸੀਂ ਅਜੇ ਬਾਂਸਲ ਤੋਂ ਤੁਹਾਡੇ ਤੱਕ ਪਹੁੰਚਦੀਆਂ ਕਰਿਆ ਕਰਾਂਗੇ। ਤੁਹਾਡੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ, ਕੋਈ ਵੀ ਸਵਾਲ ਹੈ, ਕੋਈ ਇਨਕੁਆਰੀ ਹੈ ਜੀ, ਤੁਸੀਂ ਸਟ੍ਰੇਟ ਨੰਬਰ ਨੋਟ ਕਰ ਲਵੋ 0406660960। ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੇ ਮੈਲਬਨ ਸਥਿਤ ਦਫ਼ਤਰ ਜਿਹਦਾ ਪਤਾ ਹੈ ਜੀ 8/278 ਕਾਲਿਨ ਸਟਰੀਟ ਮੈਲਬਨ ਦੇ ਵਿੱਚ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਜੇਕਰ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਤਾਂ ਤੁਹਾਡਾ ਨੇੜਲਾ ਦਫ਼ਤਰ ਹੈ ਜੀ ਐਡੀਲੇਡ ਦਾ। ਜੇਕਰ ਤੁਸੀਂ ਦੇਸ਼ ਦੀ ਰਾਜਧਾਨੀ ਦੇ ਵਿੱਚ ਰਹਿ ਰਹੇ ਹੋ ਤਾਂ ਕੈਨਬਰਾ ਦੇ ਵਿੱਚ ਵੀ ਜਾ ਕੇ ਇਹਨਾਂ ਦਾ ਦਫ਼ਤਰ ਹੈ, ਉਸ ਨੂੰ ਵਿਜ਼ਿਟ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ।
ਵੈਸੇ ਘਬਰਾਉਣ ਦੀ ਲੋੜ ਨਹੀਂ, ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਵੇ ਲਗਾਤਾਰ ਇਹਨਾਂ ਦੀ ਟੀਮ ਤਤਪਰ ਰਹਿੰਦੀ ਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ। ਬੰਸਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਜ਼ਾ ਆਇਆ ਜੀ। ਮੈਨੂੰ ਇਹ ਲੱਗ ਰਿਹਾ ਕਿ ਬਹੁਤ ਸਵਾਲ ਅਜਿਹੇ ਨੇ ਜਿਨ੍ਹਾਂ ਦੇ ਹਰੇ ਹੋਰ ਜਾਣਕਾਰੀ ਦੋਸਤਾਂ ਨੂੰ ਚਾਹੀਦੀ ਹੈ, ਪਰ ਸਮੇਂ ਦੀ ਜਿਹੜੀ ਘਾਟ ਹੈ ਜੀ ਉਹ ਇਜਾਜ਼ਤ ਨਹੀਂ ਦਿੰਦੀ। ਦੋਸਤੋ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਨੂੰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਲਵਾਂਗੇ। ਬੰਸਲ ਸਾਹਿਬ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ ਜਿਵੇਂ ਮੈਂ ਕਿਹਾ, ਤੁਸੀਂ ਵੀ ਬੋਲ ਪੰਜਾਬੀ ਚੈਨਲ ਨੂੰ ਲਾਈਕ ਕਰ ਲਓ, ਪੇਜ ਨੂੰ ਫੋਲੋ ਕਰ ਲਓ। ਤੁਹਾਡੇ ਤੱਕ ਜਿਹੜੀਆਂ ਇਮੀਗ੍ਰੇਸ਼ਨ ਮਾਮਲਿਆਂ ਦੇ ਨਾਲ ਅਪਡੇਟ ਨੇ ਛੇਤੀ ਤੋਂ ਛੇਤੀ ਤੁਹਾਨੂੰ ਮਿਲ ਜਾ ਕਰਨਗੀਆਂ। ਅੱਜ ਦੇ ਲਈ ਰੱਬ ਰਾਖਾ, ਤੁਹਾਨੂੰ ਮਿਲਾਂਗੇ ਅਗਲੇ ਲਾਈਵ ਸੈਸ਼ਨ ਦੇ ਨਾਲ ਡਾਕਟਰ ਅਜੇ ਬਾਂਸਲ ਦੇ ਨਾਲ, ਬਾਂਸਲ ਇਮੀਗ੍ਰੇਸ਼ਨ ਦੇ ਹੈੱਡ ਆਫਿਸ ਤੋਂ। ਤਦ ਤੱਕ ਦੇ ਲਈ ਰੱਬ ਰਾਖਾ, ਧੰਨਵਾਦ। ਧੰਨਵਾਦ ਜੀ।